ਜੋ ਪਈ ਪ੍ਰਾਤ ਸਮੇਂ ਇੱਕ ਮਨ ਕਰ ਪਾਠ, ਮਿਟੇ ਪਾਪ ਕ੍ਰਿਤ ਜਾਮ ਜੋ ਆਠ। ਜਨਮ ਮਰਨ ਤਿਨ ਕੋ ਕਟ ਜਾਏ, ਪਠ ਪ੍ਰਭ ਚਰਨਨ ਰਹੇ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ, ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਬ ਭਏ, ਤਾ ਅਵਗੁਣ ਸਭ ਛਪੇ। ਐਸੇ ਕਿਰਪਾਲੂ ਕਿਰਪਾ ਨਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਕਿ ਰੋਜ਼ ਹੀ ਆਪਣੇ ਨੇਮ ਅਨੁਸਾਰ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਾਧ ਸੰਗਤ ਦੀਆਂ ਘੜੀਆਂ ਮਾਣਦੇ ਹੋ। ਗੁਰੂ ਖਾਲਸਾ ਸਾਧ ਸੰਗਤ ਜੀ, ਇਹ ਸੰਗਤ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਥਾਂ ਤੇ ਮਹਾਰਾਜ ਜੀ ਨੇ ਬਿਆਨ ਕੀਤੀ ਹੈ। ਕੋਈ ਐਸਾ ਅੰਗ ਨਹੀਂ ਹੋਵੇਗਾ ਜਿੱਥੇ ਮਹਾਰਾਜ ਨੇ ਸੰਗਤ ਦੀ ਮਹਿਮਾ ਨਾ ਬਿਆਨ ਕੀਤੀ ਹੋਵੇ। ਹਰ ਸ਼ਬਦ ਵਿੱਚ ਨਾਮ ਅਤੇ ਸਾਧ ਸੰਗਤ, ਦੋ ਗੱਲਾਂ ਮਹਾਰਾਜ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਹੈ। ਕਿਉਂ? ਕਿ ਸੰਗਤ ਇੱਕ ਪਿੰਜਰਾ ਹੈ, ਐਸਾ ਪਿੰਜਰਾ ਹੈ ਜਿਸ ਵਿੱਚ ਖਾਲਸਾ ਜੀ ਵਿਕਾਰ ਤੰਗ ਨਹੀਂ ਕਰਦੇ। ਮੌਤ ਰੂਪੀ ਬਿੱਲੀ ਵੀ ਇੱਥੇ ਆ ਕੇ ਕਿਸੇ ਨੂੰ ਨਹੀਂ ਤੰਗ ਕਰੇਗੀ। ਜਿਵੇਂ ਕੋਈ ਕਬੂਤਰ, ਕੋਈ ਪੰਛੀ ਪਿੰਜਰੇ ਵਿੱਚ ਹੋਵੇ ਨਾ, ਤੇ ਉਹ ਪੰਛੀ ਬੇਫਿਕਰ ਹੋ ਜਾਂਦਾ ਹੈ। ਭਾਵੇਂ ਪੰਛੀ ਆਜ਼ਾਦ ਹੋਣਾ ਚਾਹੀਦਾ ਹੈ, ਪਰ ਜਿਹੜਾ ਪੰਛੀ ਪਿੰਜਰੇ ਵਿੱਚ ਹੈ, ਉਹਦਾ ਮਾਲਕ ਉਹਦੇ ਕੋਲ ਬੈਠਾ ਹੈ ਨਾ, ਉਹ ਬੇਫਿਕਰ ਹੁੰਦਾ ਹੈ ਕਿ ਮੈਨੂੰ ਕਿਸੇ ਦਾ ਡਰ ਨਹੀਂ ਹੋਣ, ਮੇਰਾ ਮਾਲਕ ਮੇਰੇ ਨੇੜੇ ਬੈਠਾ ਹੈ। ਇਸੇ ਤਰ੍ਹਾਂ ਖਾਲਸਾ ਜੀਓ, ਇਹ ਸੰਗਤ ਰੂਪੀ ਪਿੰਜਰਾ ਸਾਡੇ ਲਈ ਹੈ, ਬਸ ਗੁਰੂ ਕੇ ਸਿੱਖਾਂ ਲਈ ਹੈ, ਸਮਾਜ ਲਈ ਹੈ। ਜਿਹੜਾ ਇਸ ਸੰਗਤ ਵਿੱਚ ਆ ਕੇ ਬੈਠ ਗਿਆ, ਉਹਦੇ ਹਿਰਦੇ ਚੋਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਵਿਕਾਰ ਆਪੇ ਪਰੇ ਹਟ ਜਾਣੇ ਹਨ। ਉਹਨੂੰ ਮੌਤ ਦਾ ਡਰ ਵੀ ਨਹੀਂ ਰਹਿਣਾ, ਕਿਉਂਕਿ ਇੱਥੇ ਜਮਦੂਤ ਨਹੀਂ ਆਉਂਦੇ ਖਾਲਸਾ ਜੀਓ। ਇੱਥੇ ਗੁਰੂ ਦੀ ਬਖਸ਼ਿਸ਼ ਦਾ ਪ੍ਰਤਾਪ ਹੈ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਅਣਹਿ ਛੁਟੈ, ਨਿਕਟ ਨ ਜਾਈਓ ਦੂਤ। ਇਹ ਵਚਨ ਹਨ ਮਹਾਰਾਜ ਦੇ। ਗੌੜੀ 52 ਅੱਖਰੀ ਬਾਣੀ ਹੈ, ਉਹਦੇ ਵਚਨ ਹਨ। ਇੱਥੇ ਇਹ ਮਹਿਮਾ ਹੈ ਖਾਲਸਾ ਜੀਓ, ਬਖਸ਼ਿਸ਼ ਹੈ। ਜਿੱਥੇ ਜਿੱਥੇ ਸੰਗਤ ਹੋਵੇਗੀ ਉੱਥੇ ਬਖਸ਼ਿਸ਼ ਜ਼ਰੂਰ ਹੋਵੇਗੀ ਭਾਈ। ਇੱਥੇ ਗੁਰੂ ਦਾ ਪਿੰਜਰਾ ਹੈ, ਗੁਰ ਸ਼ਬਦ ਦਾ ਪਿੰਜਰਾ ਹੈ। ਜਿੱਥੇ ਆਲੇ ਦੁਆਲੇ ਗੁਰ ਸ਼ਬਦ ਦਾ ਪਿੰਜਰਾ ਹੋਵੇ, ਭੈ ਭਾਵਨੀ ਹੋਵੇ, ਸ਼ਰਧਾ ਭਾਵਨਾ ਹੋਵੇ, ਉੱਥੇ ਬਖਸ਼ਿਸ਼ ਜ਼ਰੂਰ ਹੈ। ਅਸੀਂ ਇਹ ਬਖਸ਼ਿਸ਼ ਲੈਣ ਲਈ ਸਾਰੇ ਹੀ ਆਪਣੇ ਨੇਮ ਅਨੁਸਾਰ ਹਾਜ਼ਰੀਆਂ ਭਰਦੇ ਹਾਂ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੋ ਬਹੁਤ ਵੱਡਾ ਉਪਕਾਰ ਮਨੁੱਖਤਾ ਦੇ ਕਰ ਰਹੇ ਹਨ ਖਾਲਸਾ ਜੀਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਹਾਰਾਜ ਆਪ ਲਿਖਵਾ ਰਹੇ ਆਪਣੀ ਅੱਖਾਂ ਸਾਹਮਣੇ। ਇਸ ਬਾਣੀ ਵਿੱਚ ਇੱਕ ਵੀ ਅੱਖਰ ਖਾਲਸਾ ਜੀ ਇੱਧਰ ਦਾ ਉੱਧਰ ਨਹੀਂ ਹੋਇਆ। ਧਿਆਨ ਰੱਖਣਾ, ਤੁਸੀਂ ਕਦੀ ਸਹਿਜ ਪਾਠ ਚੰਗੀ ਤਰ੍ਹਾਂ ਕਰਨਾ। ਜਿੱਥੇ ਕੋਈ ਪਦਾ ਖਤਮ ਹੋਇਆ ਉੱਥੇ 1 ਨੰਬਰ ਹੈ, ਦੂਜਾ ਪਦਾ 2 ਨੰਬਰ ਹੈ, ਤੀਜਾ ਪਦਾ 3 ਨੰਬਰ ਹੈ। ਅਖੀਰ ਤੇ ਜਿੱਥੇ ਸ਼ਬਦ ਖਤਮ ਹੋਇਆ ਹੈ 4 ਪਦੇ 1 ਸ਼ਬਦ। ਸਾਰੀ ਗਿਣਤੀ ਹੈ,
ਇਹਨੂੰ ਕਹਿੰਦੇ ਅੰਕ ਪ੍ਰਬੰਧ, ਅੰਕ ਸਿਸਟਮ, ਵੀ ਕੋਈ ਵੀ ਮਿਲਾਵਟ ਇੱਥੇ ਹੋ ਨਹੀਂ ਸਕਦੀ ਕਵਾੜੀ 'ਚ। ਤਾਂ ਹੀ ਖੀਰ ਤੇ ਮੋਹਰ ਲਗਾਈ ਮੁੰਦਾਵਣੀ। ਮੁੰਦਾਵਣੀ ਦਾ ਭਾਰ ਹੀ ਐਸੀ ਮੋਹਰ ਲਾਣਾ ਹੈ, ਸੀਲ ਕਰਨਾ, ਕੋਈ ਮਿਲਾਵਟ ਨਾ ਹੋ ਸਕੇ ਖਾਲਸਾ ਜੀਓ। ਹਰ ਸ਼ਬਦ ਦੇ ਅਖੀਰ ਤੇ ਪਦਾ ਹੈ। ਜਿੱਥੇ ਕੋਈ ਬਾਣੀ ਖਤਮ ਹੋਈ ਹੈ ਉਹਦੇ ਸਾਰੇ ਦੀ ਗਿਣਤੀ ਹੈ। ਜਿੱਥੇ ਕੋਈ ਰਾਗ ਖਤਮ ਹੋਇਆ ਉੱਥੇ 4 ਸ਼ਬਦ, ਇਤਨੇ ਪਦੇ, ਇਤਨੀ ਅਸ਼ਟਪਦੀਆਂ, ਇਤਨੇ ਸਾਰਾ ਵਾਰਾ, ਸਾਰੀ ਗਿਣਤੀ ਹੈ ਉੱਥੇ। ਇਹਨੂੰ ਕਹਿੰਦੇ ਅੰਕ ਪ੍ਰਬੰਧ। ਇਤਨਾ ਸਿਸਟਮ ਮਹਾਰਾਜ ਨੇ ਵਰਤਿਆ ਹੈ, ਇਹ ਧੁਰ ਤੋਂ ਹੀ ਆਇਆ ਖਾਲਸਾ ਜੀ। और किसी ग्रंथ जी ऐसा सिस्टम नहीं है जो श्री गुरु ग्रंथ साहिब महाराज जी। धन गुरु ग्रंथ साहिब महाराज की संपादना गुरु अर्जन देव महाराज आप अपनी अखां सामने करा रहे हैं। श्रोमणी लिखारी भाई गुरदास जी लिख रहे हैं। पहला नितनेम दीयां बाणियां, जपजी साहिब, सोदर रहराज साहिब, सोला साहिब, उपरंत श्री राग। रागां विच श्री राग है, जे सच धरे प्यार, ये लिखवाया महाराज जी ने। ਇਹਦਾ ਪਹਿਲਾ ਸ਼ਬਦ ਹੈ ਮੋਤੀ ਤਾ ਮੰਦਰ ਉਸਰ ਹੈ, ਰਤਨੀ ਤਾ ਹੋਏ ਜੜਾਓ। ਦੇਖੋ ਇਹਦਾ ਵੀ ਸਿਸਟਮ ਹੈ। ਪਹਿਲੇ ਪਾਤਸ਼ਾਹ ਦੀ ਬਾਣੀ, ਫਿਰ ਤੀਜੇ ਪਾਤਸ਼ਾਹ ਦੀ ਬਾਣੀ, ਫਿਰ ਚੌਥੇ ਪਾਤਸ਼ਾਹ ਦੀ ਬਾਣੀ, ਫਿਰ ਪੰਜਵੇਂ ਪਾਤਸ਼ਾਹ ਦੀ ਬਾਣੀ, ਫਿਰ 9ਵੇਂ ਪਾਤਸ਼ਾਹ ਦੀ ਬਾਣੀ, ਉਪਰੰਤ ਫਿਰ ਅਖੀਰ ਤੇ ਵਾਰਾ ਤੇ ਭਗਤ ਬਾਣੀ ਹੈ। ਤਰਤੀਬ ਇਹ ਰੱਖੀ ਹੈ। ਇਹਨਾਂ ਵਿੱਚ ਫਰਕ ਹੈ। पहले 1 पदे, फिर 2 पदे, फिर 3 पदे, फिर 4 पदे, फिर 5 पदे, फिर अष्टपदियां, फिर वारा, फिर भगत बाणी, सारी तरतीब रखी महाराज ने। हर राग विच ये तरतीब है खालसा जीओ। उपरंत माज राग, वो भी गुरु महाराज जी ने आप लिखवाया। उस तो उपरंत गौड़ी राग, वो महाराज जी लिखवा रहे हैं। गौड़ी 52 अखरी महला 5वां। संस्कृत ਦੇ ਦੇਵਨਾਗਰੀ ਦੇ 52 ਅੱਖਰ ਹਨ ਖਾਲਸਾ ਜੀਓ। ਉਹਨਾਂ 52 ਅੱਖਰਾਂ ਦਾ ਹੀ ਮਹਾਰਾਜ ਸਿੱਖਿਆ ਦੇ ਰਹੇ ਹਨ ਕਿ ਕੋਈ ਵੀ ਅੱਖਰ ਐਸਾ ਨਹੀਂ ਜਿਨ੍ਹਾਂ ਦੁਆਰਾ ਰੱਬ ਦੀ ਸਿੱਖਿਆ ਨਾ ਮਿਲੇ। ਉਹ ਮਹਾਰਾਜ ਜੀ ਦੀ ਬਾਣੀ ਸਾਨੂੰ ਗਹਿਣੇ ਬਖਸ਼ਿਸ਼ ਕੀਤੇ ਹਨ। ਐਸਾ ਗਹਿਣਾ ਕਿ ਜਿਹੜਾ ਇਹਦਾ ਰੋਜ਼ ਜਾਪ ਕਰੇਗਾ ਉਹਦਾ ਸ਼ਿੰਗਾਰ ਆਪੇ ਬਣਿਆ ਰਹੇਗਾ। उपरंत महाराज सारी रात विचार करते रहे कि मनुखता का बेड़ा पार किवें होवेगा। सारी रात महाराज ये विचार क्यों करते? साडे सबना दे भलिया लई कि दुनिया दे बंदे सारा दिन काम धंधे करते हैं, इन्हां कोल टाइम नहीं है पोता पाठ करन दा। ना ये खंड पाठ कर सकते हैं, ना सहज पाठ कर सकते, ना ये बहुता नितनेम कर सकते हैं। एक ऐसी बाणी उच्चारण करिए कि 24 घंटे दे सवास इन्हां दे सफले हो जाण। 24,000 साडे साह होंदे खालसा जी। एक आम नॉर्मल बंदा साह लैंदा 24,000, जोगी महात्मा साह लैंदे हन 21,635 लगभग। इतने साह लैंदे हन जोगी महात्मा। इहदा कारण है ਜਿਹੜਾ ਬੰਦਾ ਜੀਵੇਂ ਦੇ ਕੰਮ ਕਰੇਗਾ ਉਹਦੇ ਸਾਹ ਉਤਨੇ ਤੇਜ਼ ਚੱਲਦੇ ਹਨ। ਬੁਰਾ ਨਾ ਮੰਨਣਾ। ਜਿਹੜਾ ਬੰਦਾ ਭੈੜੀ ਵਾਸ਼ਨਾ ਰੱਖਦਾ ਹੈ ਉਹਦੇ ਸਾਹ ਤੇਜ਼ ਚੱਲਦੇ ਹਨ। ਸਭ ਜਾਣਦੇ ਹਾਂ। ਜਿਹਦੇ ਮਨ 'ਚ ਕਾਮ ਵਾਸ਼ਨਾ ਹੋਵੇ ਨਾ, ਵਿਚਾਰ ਦੀ ਬਿਰਤੀ ਹੋਵੇ, ਉਹਦੇ ਸਾਹ ਤੇਜ਼ ਚੱਲਦੇ ਆਪੇ। ਸੋਵੇਗਾ ਉਸ ਤੋਂ ਘੱਟ ਚੱਲਣਗੇ ਉਹਦੇ ਵੀ। ਆਮ ਗੱਲਾਂ ਬਾਤਾਂ ਕਰ ਰਿਹਾ ਥੋੜੇ ਉਸ ਤੋਂ ਘੱਟ ਚੱਲਣਗੇ। ये बैठ के सिमरन कर रहा है वाहिगुरु वाहिगुरु वाहिगुरु, सारे अपने वल देखना जाप करते हुए वाहिगुरु 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 वाहिगुरु। ये साह थोड़े मध्यम चलते हैं। संत महात्मा इस तरह ही करते खालसा जी।
ਇਹ 21,600 ਲਗਭਗ 35 ਇਤਨੀ ਗਿਣਤੀ ਲਿਖੀ ਹੈ ਗ੍ਰੰਥਾਂ ਵਿੱਚ। ਇਤਨੇ ਸਾਹ ਲੈਂਦੇ ਹਨ ਤੇ ਇਤਨੇ ਸਾਹ ਬਚਾ ਵੀ ਲੈਂਦੇ ਹੋ, ਕੁਝ ਬਚਾ ਲੈਂਦੇ, ਉਹ ਫਿਰ ਬਚੇ ਸਾਹ ਰੱਬ ਦੀ ਬੰਦਗੀ ਨਾਲ ਜੋੜਦੇ ਹੋ ਸਾਰੇ। ਜਿਹਨੂੰ ਕਹਿੰਦੇ ਸੀ ਜਦੋਂ ਕੋਈ ਬੰਦਾ ਨੌਕਰੀ ਕਰਦਾ ਨਾ, ਉਹਦੇ ਕੁਝ ਫੰਡ ਜਮਾ ਹੁੰਦੇ ਰਹਿੰਦੇ, ਇਹ ਫੰਡ ਜਮਾ ਹੁੰਦਾ ਹੈ ਖਾਲਸਾ ਜੀ। ਉਹ ਫੰਡ ਫਿਰ ਅੱਗੇ ਫਿਰ ਦੁੱਗਣਾ ਹੋ ਕੇ ਮਿਲਦਾ ਨਾ, ਡਬਲ ਸਰਕਾਰ ਵੀ ਪਾਉਂਦੀ ਹੈ ਨਾ। ਸਰਕਾਰ ਕੌਣ ਹੈ? ਸਾਡੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹ ਡਬਲ ਪਾਉਂਦੇ। ਲੈ ਭਾਈ ਹੁਣ ਤੂੰ ਆਨੰਦ ਲੈ ਆਪਣਾ। ਜਿਹੜਾ ਬੰਦਾ ਸਿਮਰਨ ਭਜਨ ਕਰਦਾ ਉਹਦੇ ਉਹ ਸਾਹ ਵੀ ਸਫਲੇ ਹੋ ਰਹੇ ਹਨ, ਸਾਹ ਪੂਰੇ ਹਨ। ਨਹਿ ਬੜਨ ਘਟਨ ਤਿਲ ਸਾਰ, ਨਹਿ ਬੜਨ ਘਟਨ ਤਿਲ ਸਾਰ, ਤਿਲ ਮਾਤਰ ਵੀ ਸਾਹ ਨਾ ਵਧਨੇ ਹਨ ਨਾ ਘਟਣੇ ਹਨ। ਔਰ ਮਹਾਰਾਜ ਜੀ ਨੇ ਵਿਚਾਰ ਕੀਤੀ, ਨਾ ਇਸ ਸਮਾਜ ਦੇ ਬੰਦੇ ਜੋਗੀ ਮਹਾਤਮਾ ਇਤਨਾ ਭਜਨ ਨਹੀਂ ਕਰ ਸਕਦੇ, ਸਾਰਾ ਦਿਨ ਨਾਮ ਜਪ ਲੈਣ, ਫਿਰ ਕਰਨ ਕੀ? ਮਹਾਰਾਜ ਜੀ ਵਿਚਾਰ ਕੀਤੀ, ਸੌਖੀ ਬਾਣੀ ਉਚਾਰਨ ਕਰੀਏ ਇਹਨਾਂ ਲਈ। ਉਹ ਵਿਚਾਰ ਕਰਕੇ ਮਹਾਰਾਜ ਆਪਣੇ ਆਸਨ ਤੇ ਪੈ ਗਏ ਆਰਾਮ ਕਰਨ ਵਾਸਤੇ, ਸਰੀਰ ਕਰਕੇ। ਅੰਮ੍ਰਿਤ ਵੇਲੇ ਜਾਗੇ ਮਹਾਰਾਜ ਤੇ ਉੱਠ ਕੇ ਮਹਾਰਾਜ ਜੀ ਨੇ ਸੌਚ ਦੀ ਕਿਰਿਆ ਕੀਤੀ, ਦਾਤਨ ਕੁਰਲਾ ਕੀ ਕਰਕੇ ਭਾਈ ਸਾਹਿਬ ਦੇ ਤੰਬੂ ਚਲੇ ਗਏ। ਭਾਈ ਸਾਹਿਬ ਜੀ ਉਠੋ ਜਾਗੋ, ਹੁਣ ਅੰਮ੍ਰਿਤ ਵੇਲਾ ਹੋ ਗਿਆ ਹੈ। ਭਾਈ ਸਾਹਿਬ ਉੱਠ ਕੇ ਜਾਗੇ, ਮਹਾਰਾਜ ਬੰਦਨਾ ਕਰਦੇ ਆ। ਬੰਦਨਾ ਕੀਤੀ ਤੇ ਮਹਾਰਾਜ ਉਹਨਾਂ ਦੀ ਬਾਹ ਫੜ ਕੇ ਸਰੋਵਰ ਦੇ ਕੰਢੇ ਤੇ ਲੈ ਗਏ। ਰਾਮਸਰ ਇਹ ਪਾਵਨ ਸਰੋਵਰ, ਉਹਦਾ ਈਸ਼ਾਨ ਕੋਣ ਦਾ ਜਿਹੜਾ ਇਲਾਕਾ ਹੈ, ਉਹਦਾ ਕੰਢਾ, ਮਹਾਰਾਜ ਉੱਥੇ ਬੈਠ ਗਏ। ਇਸ ਪਾਸੇ ਮਹਾਰਾਜ ਬੈਠ ਗਏ, ਸਾਹਮਣੇ ਭਾਈ ਸਾਹਿਬ ਬੈਠ ਗਏ, ਆਮੋ ਸਾਹਮਣੇ ਬੈਠ ਗਏ। ਅੰਮ੍ਰਿਤ ਵੇਲੇ ਦਾ ਸਮਾਂ ਹੈ। ਪਹਿਲਾਂ ਮਹਾਰਾਜ ਜੀ ਨੇ ਇਸ਼ਨਾਨ ਕੀਤਾ, ਫਿਰ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਸਤਿਗੁਰ ਕਹਿਣ ਲੱਗੇ, ਭਾਈ ਸਾਹਿਬ ਜੀ, ਰੱਬ ਨੇ ਇੱਕ ਵਿਚਾਰ ਮਨ ਵਿੱਚ ਪਾਈ ਹੈ, ਰੱਬ ਨੇ ਪਾਈ ਹੈ, ਆਪਣੇ ਆਪ ਨਹੀਂ ਕਹਿ ਰਹੇ ਮਹਾਰਾਜ, ਕਿ ਦੁਨੀਆ ਅੱਜ ਕੱਲ ਇਹਨਾਂ ਕੋਲ ਸਮਾਂ ਨਹੀਂ ਹੈ, ਕਲਯੁਗ ਦਾ ਭੈੜਾ ਸਮਾਂ ਹੈ, ਇਹ ਬਹੁਤ ਪਾਪ ਕਰ ਰਹੇ ਹਨ। ਇਹਨਾਂ ਦੇ ਪਾਪ ਨਹੀਂ ਗਿਣੇ ਜਾਂਦੇ ਵੀ ਕਿਤਨੇ ਪਾਪ ਇੱਕ ਬੰਦਾ ਦਿਨ ਵਿੱਚ ਕਰਦਾ ਹੈ, ਉਤਨੇ ਪੁੰਨ ਨਹੀਂ ਕਰਦੇ ਸੀ। ਜਿਤਨੇ ਅਸੀਂ ਝੂਠ ਬੋਲਦੇ ਆ, ਭੈੜੇ ਕੰਮ ਕਰਦੇ ਆ, ਉਹ ਸਾਡੇ ਸਾਰੇ ਪਾਪ ਹਨ। ਤੇ ਇਹ ਬੰਦੇ ਜਿਹੜੇ ਪਾਪਾਂ ਦੇ ਵਸ ਹੋ ਕੇ ਖਾਲਸਾ ਜੀਓ ਕਿੱਥੇ ਜਾਂਦੇ? ਫਿਰ ਪਾਪ ਬੰਦਾ ਕਰਦਾ, ਪਾਪ ਕਰੈ ਪੰਚਾਂ ਕੇ ਵਸ ਰੇ, ਕਾਮ ਕ੍ਰੋਧ ਦੇ ਵਸ ਹੋ ਕੇ ਬੰਦਾ ਪਾਪ ਕਰਦਾ, ਇਹ ਪਿੱਛੇ ਹਟ ਜਾਂਦੇ। ਫਿਰ ਕਰਾਉਂਦੇ ਪਾਪ ਇਹੀ ਹਨ ਖਾਲਸਾ ਜੀਓ। ਲੋਭ ਚੋਰੀ ਕਰਾਉਂਦਾ ਹੈ, ਠੱਗੀ ਮਰਾਉਂਦਾ ਹੈ, ਕਾਮ ਬੇਵਿਚਾਰ ਕਰਾਉਂਦਾ ਹੈ, ਕ੍ਰੋਧ ਮਰਡਰ ਕਰਾਉਂਦਾ ਹੈ ਕਿਸੇ ਦਾ। ਪਾਪ ਕਰਾਉਂਦੇ ਇਹੀ ਹਨ। ਪਾਪ ਕਰੈ ਪੰਚਾਂ ਕੇ ਵਸ ਰੇ, ਇਹਨਾਂ ਪੰਜਾਂ ਦੇ ਵਸ ਹੋ ਕੇ ਬੰਦਾ ਪਾਪ ਕਰਦਾ ਹੈ, ਪਰ ਇਹ ਪਿੱਛੇ ਹਟ ਜਾਂਦੇ। ਫਿਰ ਲੇਖਾ ਜੋ ਦੇਣਾ ਹੈ ਇਸ ਮਨ ਨੇ ਖਾਲਸਾ ਜੀਓ, ਲੇਖਾ ਦੇਣਾ ਪੈਂਦਾ ਹੈ। ਬਾਣੀ ਦਾ ਬਚਨ ਹੈ ਸ਼੍ਰੀ ਰਾਗਦਾਈ, ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਓ, ਸਭ ਕੁਛ ਲੇਖੇ ਵਿੱਚ ਹੈ ਸਾਡਾ। ਬੋਲਣਾ ਵੀ, ਖਾਣਾ ਵੀ, ਹੱਸਣਾ ਵੀ, ਪੀਣਾ ਵੀ, ਰੋਣਾ ਵੀ, ਸਭ ਕੁਛ ਲੇਖੇ ਵਿੱਚ ਹੈ। ਲੇਖੇ ਵਾੜ ਚਲਾਈ ਹੈ, ਵਾੜ ਤੁਰਨਾ ਵੀ ਲੇਖੇ ਵਿੱਚ ਹੈ ਖਾਲਸਾ ਜੀ। ਇਹ ਲਿਖਿਆ ਹੋਇਆ ਤਾਂ ਚੱਲ ਕੇ ਗੁਰਦੁਆਰੇ ਆਏ ਆ, ਨਹੀਂ ਤਾਂ ਕਿਹੜਾ ਜਾ ਕੇ ਆ ਸਕਦਾ ਸੀ। ਉਹਦੀ ਬਖਸ਼ਿਸ਼ ਹੈ। ਸਾਡੇ ਹਰ ਕਾਰਜ ਲੇਖੇ ਵਿੱਚ ਹਨ, ਪਰ ਲੇਖਾ ਬਣਦਾ ਕਦੋਂ ਹੈ? ਜਦੋਂ ਬੰਦਾ ਹਉਮੈ ਦੇ ਵਸ ਹੋ ਕੇ ਕੰਮ ਕਰੇ ਕਿ ਮੈਂ ਇਹ ਕੰਮ ਕਰ ਰਿਹਾ, ਉਹ ਲੇਖਾ ਬਣਦਾ ਉਦੋਂ। ਇਹ ਜਿਹੜੇ ਸਾਰੇ ਪੁੰਨ ਪਾਪ ਕਰਦੇ ਹਉਮੈ ਦੇ ਵਸ ਹੋ ਕੇ, ਮੈਂ ਇਤਨੇ ਪੁੰਨ ਕਰਤੇ ਜੀ, ਇਤਨੇ ਲੰਗਰ ਲਵਾਤੇ, इतना दान पुण्य करता, रोज अखबार यही आ रहे, वो सब पाप पुण्य खालसा जी। ओदा लेखा जोखा जो होना है ना, वो सूखम जो मन है उन्हें लेखा जोखा देना है। धर्मराज कोल जाउंदे हन, उत्थे सब दा लेखा जोखा हो के सारे दुख सुख उत्थे बंदे भोगदे खालसा जी, जरूर भोगदे हन। ये गुरबाणी दे बचन भी हन ते ग्रंथां विच भी लिखिया है। 18 तरह के कुंभी नरक हन, उत्थे लोकी हाय हाय करदे, इतने हाय हाय कि तड़फदे हन।
ਪੜ੍ਹ ਲੈਣਾ ਭਾਈ ਗੁਰਦਾਸ ਜੀ ਦੀ ਵਾਰਾਂ, ਉਹ ਤਾਂ ਠੀਕ ਹੈ, ਅਥੈਂਟਿਕ ਹੈ। ਕਈ ਮੰਨਦੇ ਕੋਈ ਨਰਕ ਸੁਰਗ ਨਹੀਂ ਹੁੰਦੇ ਜੀ। ਗੁਰਬਾਣੀ 'ਚ ਅਨੇਕ ਥਾਂ ਤੇ ਪ੍ਰਮਾਣ ਆਏ। ਪ੍ਰਮਾਣ ਫਿਰ ਕਿਉਂ ਆਏ? ਉਹ ਕਲਪਨਾ ਨਹੀਂ ਹੈ, ਕੋਈ ਕਪੋਲ ਨਹੀਂ ਹੈ। ਕਲਪਨਾ ਹੁੰਦੀ ਹੈ ਮਿੱਥਿਆ, ਝੂਠ, ਕਿ ਆਪ ਸੋਚ ਲਿਆ। ਗੁਰਬਾਣੀ 'ਚ ਕੋਈ ਸੋਚਿਆ ਅੱਖਰ ਨਹੀਂ ਲਿਖਿਆ ਗਿਆ। ਇਹ ਧੁਰ ਕੀ ਬਾਣੀ ਸਿੱਧਾ ਆਈ ਹੈ। ਜੋ ਸਿੱਧਾ ਅਲਹਾਮ ਹੋਇਆ ਉਹ ਮਰਦ ਨੇ ਆਖਿਆ ਵੀ ਹੈ ਸਭ ਕੁਛ। ਤੇ ਭਾਈ ਸਾਹਿਬ ਵੀ ਕਹਿੰਦੇ, ਭਾਈ ਗੁਰਦਾਸ ਜੀ, ਜਦੋਂ ਰਾਜਾ ਜਨਕ ਜਾ ਰਿਹਾ ਸੀ ਤੇ ਉਦੋਂ ਫਿਰ ਨਰਕਾਂ ਵਿੱਚ ਹਾਏ ਹਾਏ ਲੋਕੀ ਕਰਦੇ ਸਨ, ਉਹਨੂੰ ਬਾਹਰ ਕੱਢਿਆ ਉਹਨਾਂ ਨੇ। ਹੋਰ ਅਨੇਕਾਂ ਮਹਾਂਪੁਰਸ਼ਾਂ ਦੀ ਸਾਖੀ ਆਉਂਦੀ ਖਾਲਸਾ ਜੀਓ। ਤੇ ਉੱਥੇ ਜੀਵ ਹਾਏ ਹਾਏ ਕਰਦੇ, ਜਦੋਂ ਉੱਥੇ ਦੇਖਾ ਜੋਖਾ ਭੋਗਦੇ ਹਨ, ਉਹਨਾਂ ਦਾ ਫਿਰ ਜਨਮ ਹੋਣਾ ਹੈ। ਫਿਰ ਜਨਮ ਕਿਵੇਂ ਹੁੰਦਾ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕੱਲ ਸ਼ਰਵਣ ਕੀਤਾ ਸੀ ਆਪ ਜੀ ਨੇ। ਠੰਮੇ ਨਾਲ ਸ਼ਰਵਣ ਕਰਨਾ, ਠੰਮੇ ਨਾਲ ਦੀ ਗੱਲ ਹੈ, ਕਾਹਲੀ ਨਾ ਪੈਣਾ ਭਾਈ। ਕੋਈ ਸ਼ਬਦ ਕਈ ਵਾਰੀ ਐਸੇ ਮੂੰਹ ਤੋਂ ਕਹੇ ਜਾਂਦੇ, ਕਈਆਂ ਨੂੰ ਕੋੜੇ ਲੱਗਣਗੇ, ਕਈਆਂ ਨੂੰ ਸਮਝਣਗੇ ਵੀ ਇਹ ਤਾਂ ਕਾਮ ਵਾਸ਼ਨਾ ਸ਼ਬਦ ਹਨ। ਨਹੀਂ, ਇਹਨੂੰ ਕਹਿੰਦੇ ਬੈਰਾਗਮਈ ਸ਼ਬਦ। ਵਾਸ਼ਨਾ ਹੋਰ ਹੁੰਦੀ ਹੈ, ਬੈਰਾਗ ਹੋਰ ਹੁੰਦਾ ਹੈ। ਇੱਥੇ ਮਰ ਦੱਸ ਰਹੇ ਹਨ ਬੈਰਾਗ ਕੀ ਹੈ। ਜੋ ਜੀਵ ਦਾ ਅੰਸ਼, ਉਹ ਜੀਵ ਕਲਾ ਉੱਤੋਂ ਆਉਂਦੀ ਖਾਲਸਾ ਜੀ। ਕਿਵੇਂ ਆਉਂਦੀ ਫਿਰ ਤੋਂ? ਉਹ ਚੰਦਰਮਾ ਦੇ ਵਿੱਚ ਸਮਾ ਕੇ ਉਹ ਕਿਰਨਾਂ ਰਾਹੀਂ ਬਾਹਰ ਆਉਂਦੀ ਹੈ। ਇੱਕ ਛੋਟੀ ਜਿਹੀ ਮਿਸਾਲ, ਜਦੋਂ ਕਿਸਾਨ ਭਰਾ, ਜ਼ਿਮੀਦਾਰ ਭਰਾ ਸਪਰੇਅ ਕਰਦੇ ਨਾ, ਉਹ ਯੂਰੀਆ ਪਾ ਕੇ ਉਹ ਮਸ਼ੀਨ ਵਿੱਚ ਪੰਪ ਜਾ ਮਾਰਦੇ ਨਾ, ਜਦੋਂ ਉਹ ਸਾਰਾ ਫੈਲ ਜਾਂਦਾ ਨਾ, ਉਹ ਸਪਰੇਅ ਕਰਦੇ। ਦੇਖੋ ਇਸੇ ਤਰ੍ਹਾਂ ਉਹ ਜੀਵ ਕਲਾ, ਸਭਨਾਂ ਦੀ ਜੀਵ ਕਲਾ, ਇੱਕ ਨਹੀਂ ਅਨੇਕਾਂ ਜੀਵਾਂ ਦੀ ਜੀਵ ਕਲਾ ਉਹ ਚੰਦਰਮਾ ਰਾਹੀਂ ਥੱਲੇ ਆਉਂਦੀ ਖਾਲਸਾ ਜੀ। ਅਨੇਕਾਂ ਜੀਵਾਂ ਦੀ ਇੱਕ ਟਾਈਮ ਹੀ ਦੇਖੋ, ਲੱਖਾਂ ਬੰਦਿਆਂ ਦੀ ਜੀਵ ਕਲਾ ਉਹ ਥੱਲੇ ਘੁੰਮਦੀ ਹੈ। ਫਿਰ ਆ ਕੇ ਚੰਦਰਮਾ ਦੇ ਕਿਰਨਾਂ ਰਾਹੀਂ ਆ ਕੇ ਇੱਕ ਹੋਰ ਸ਼ਬਦ ਆਉਂਦਾ ਹੈ, ਇੱਥੇ ਵੀ ਜ਼ਿਕਰ ਆਇਆ ਕੱਲ, ਸ਼ਸ਼ੀਕਰ। ਸ਼ਸ਼ੀ ਕਹਿੰਦੇ ਚੰਦਰਮਾ ਨੂੰ, ਸ਼ਸ਼ੀ ਕਹਿੰਦੇ ਖੇਤੀ ਨੂੰ। ਆਮ ਫਸਲਾਂ ਨੂੰ ਕਹਿੰਦੇ ਖੇਤੀ ਸ਼ਸ਼ੀ। ਚੰਦਰਮਾ ਨੂੰ ਵੀ ਸ਼ਸ਼ੀ ਕਹਿੰਦੇ ਤੇ ਖੇਤੀ ਨੂੰ ਸ਼ਸ਼ੀ ਕਹਿੰਦੇ। ਕਿਉਂ ਕਹਿੰਦੇ? ਕਿ ਪਹਿਲਾਂ ਖੇਤੀ ਹੁੰਦੀ ਨਹੀਂ ਸੀ ਖਾਲਸਾ ਜੀ। ਜਦੋਂ ਚੰਦਰਮਾ ਦੀ ਪੈਦਾਇਸ਼ ਹੋਈ, ਉਦੋਂ ਖੇਤੀ ਹੋਣੀ ਸ਼ੁਰੂ ਹੋਈ। ਖੇਤੀ 'ਚ ਰਸ ਆਣਾ ਉਦੋਂ ਸ਼ੁਰੂ ਹੋਇਆ। ਪਹਿਲਾਂ ਸੀ ਪਰ ਰਸ ਨਹੀਂ ਆਇਆ ਸੀ। ਉਹ ਜਿਹੜੀ ਚੰਦਰਮਾ ਦੀ ਕਲਾ ਆ ਰਹੀ ਹੈ ਨਾ, ਉਹਨੂੰ ਕਹਿੰਦੇ ਜੀਵ ਕਲਾ। ਸਾਰੇ ਪਾਸੇ ਤਰੇਲ ਪੈਂਦੀ ਹੈ, ਉਹ ਲਿਕਵਿਡ ਜੀ ਤਰੇਲ ਸਵੇਰੇ ਸਵੇਰੇ ਵੇਖਣਾ ਹਰ ਬੂਟੇ ਤੇ ਹੁੰਦੀ ਹੈ, ਹਰ ਜੀਵ ਦੇ ਉੱਤੇ ਸਮਾਈ ਹੁੰਦੀ। ਤੁਸੀਂ ਬਾਹਰ ਜਾ ਕੇ ਸੋਣਾ, ਕਹਿੰਦੇ ਠੰਡ ਲੱਗਦੀ, ਠੰਡ ਨਹੀਂ ਹੋ, ਉਹ ਜੀਵ ਕਲਾ ਹੈ ਖਾਲਸਾ ਜੀ। ਤੁਹਾਡੇ ਅੰਦਰ ਉਹ ਵੈਸੀ ਵਾਸ਼ਨਾ ਆਵੇਗੀ। ਬੁਰਾ ਨਾ ਮੰਨਣਾ, ਮੈਂ ਸ਼ਬਦ ਵਰਤ ਰਿਹਾ ਇੱਥੇ। ਅਧਿਕਤਰ ਕਾਮ ਵਾਸ਼ਨਾ ਰਾਤ ਨੂੰ ਹੁੰਦੀ ਹੈ। ਉਹ ਜੀਵ ਕਲਾ ਰਾਤ ਨੂੰ ਪੈਂਦੀ ਹੈ। ਅਧਿਕਤਰ 100 ਚੋਂ 90%। ਉਹ ਜੀਵ ਕਲਾ ਰਾਤ ਨੂੰ ਸਾਰੇ ਪਾਸੇ ਫੈਲ ਜਾਂਦੀ ਹੈ। ਜਦੋਂ ਸਾਰੇ ਪਾਸੇ ਫੈਲਦੀ, ਹਰ ਥਾਂ ਤੇ ਜਾਂਦੀ ਹੈ। ਜਿਸ ਜੀਵ ਵਿੱਚ ਜਾਵੇਗੀ ਉਹ ਵੈਸੀ ਜੋਨੀ ਬਣੇਗੀ। ਹੁਣ ਕਈ ਸਾਰੇ ਮਨੁੱਖ ਤਾਂ ਨਹੀਂ ਬਣਨਗੇ ਨਾ, ਜੋਨੀਆਂ 'ਚ ਘੁੰਮਣਗੇ। ਜਿਸ ਜੀਵ ਦੇ ਉੱਤੇ ਜਿਹੜੀ ਜੀਵ ਕਲਾ ਗਿਰੇਗੀ, ਵੈਸੀ ਜੋਨੀ ਉਹਦੀ ਬਣ ਜਾਣੀ ਖਾਲਸਾ ਜੀ। ਉਹ ਲਿਖਿਆ ਉਹਨੇ, ਰੱਬ ਨੇ ਜੋ ਲਿਖਿਆ ਹੋਇਆ, ਉਹ ਜੀਵ ਕਲਾ ਵਿੱਚ ਸੂਖਮ ਅੰਸ਼ ਉਹ ਸਾਰੇ ਪਾਸੇ ਸਮਾ ਜਾਂਦਾ ਹੈ। ਉਹ ਫਸਲਾਂ ਵਿੱਚ ਗਈ ਤੇ ਉੱਥੋਂ ਅਸੀਂ ਅਨਾਜ ਖਾਇਆ, ਪ੍ਰਸ਼ਾਦਾ ਛਕਿਆ, ਸਾਡੇ ਅੰਦਰ ਚਲੀ ਗਈ। ਉਹ ਸਾਡੇ ਅੰਦਰ ਜਾ ਕੇ ਦੰਦਾਂ ਰਾਹੀਂ ਚਬਾਇਆ। ਉਹ ਜੀਵ ਹੈ, ਜਿੰਦਾ ਜੀਵ ਹੈ। ਉਹ ਚਬਾਇਆ, ਉਹਨੂੰ ਕਿਤਨਾ ਦੁੱਖ ਮਿਲਦਾ ਹੈ। ਉੱਥੇ ਫਿਰ ਦੰਦਾਂ ਤੋਂ ਥੱਲੇ ਜਾਂਦਾ ਹੈ, ਉਹਦਾ ਕੁਛ ਅੰਸ਼ ਬਣਦਾ ਹੈ, ਵਿਸ਼ਟਾ ਰਾਹੀਂ ਬਾਹਰ ਆ ਜਾਂਦਾ ਹੈ। ਉਹਨੂੰ ਕਹਿੰਦੇ ਫੋਕ ਜਾ। ਉਹ ਗੰਨੇ ਦਾ ਰਸ ਜਿਹੜਾ ਫੋਕ ਹੁੰਦਾ ਹੈ, ਖਾਲੀ ਹੁੰਦਾ ਬਿਲਕੁਲ, ਉਹਨੂੰ ਪਰੇ ਕਰਦੇ, ਇਹ ਤਾਂ ਖਾਲੀ ਹੋ ਗਿਆ। ਜਿਹੜਾ ਮੇਨ ਰਸ ਹੈ ਉਹ ਜਾਂਦਾ ਖੂਨ ਵਿੱਚ। ਖੂਨ ਤੋਂ ਫਿਰ 7 ਧਾਤਾਂ ਅੱਗੇ ਬਣਦੀਆਂ ਖਾਲਸਾ ਜੀ। ਤੇ ਇੱਕ ਧਾਤ ਹੈ ਬੀਰਜ, ਉੱਥੇ ਜਾ ਕੇ ਸਮਾ ਕੇ ਫਿਰ ਅੱਗੇ ਜੀਵ ਦੀ ਉਤਪਤੀ ਹੁੰਦੀ ਹੈ। ਮਾਂ ਕੀ ਰਕਤ
पिता बिन धारा, इस तो फिर जीव की उत्पत्ति होती खालसा जी। 9 महीने लगभग एक छोटा जा जीव अंश वो जीव कला रहिंदी है मां दे गर्भ विच, ते उथों फिर 4 महीने बाद ਉਹਦੇ ਹੱਥ ਪੈਰ ਬਣਨੇ ਸ਼ੁਰੂ ਹੁੰਦੇ, ਫਿਰ 5ਵੇਂ ਮਹੀਨੇ ਉਹਦਾ ਸੀਸ ਬਣਨਾ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਲਿਖਿਆ ਸਰਬਲੋਕ ਗ੍ਰੰਥ ਵਿੱਚ ਕਿਹੜੇ ਕਿਹੜੇ ਮਹੀਨੇ ਉਹਦਾ ਸਰੀਰ ਦੇ ਅੰਗ ਕਿਵੇਂ ਕਿਵੇਂ ਬਣਦੇ ਖਾਲਸਾ ਜੀ। 9 ਮਹੀਨੇ ਬਾਅਦ ਜਨਮ ਹੁੰਦਾ ਹੈ ਤਾਂ ਵੀ ਦੁੱਖ ਹੈ, ਜਨਮ ਲੈਣਾ ਵੀ ਤਾਂ ਦੁੱਖ ਹੀ ਹੈ ਖਾਲਸਾ ਜੀ। ਤੇ ਸਾਰੀ ਉਮਰ ਬੰਦਾ ਕਰਦਾ ਕੀ ਹੈ, ਦੁਖੀ ਰਹਿੰਦਾ ਸਾਰੀ ਉਮਰ, ਇਹ ਦੁੱਖ ਹੈ। ਦੱਸਿਆ ਮਹਾਰਾਜ ਨੇ ਇਸ ਤੋਂ ਬੈਰਾਗ ਦੱਸਿਆ ਵੀ दुख तो बचना है तो की करो भाई, बैराग धारण करो। जे बचना है इन्ना दुखा तो सारे जपिए वाहिगुरु 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 वाहिगुरु, यही बचावेगा। देखो नहीं तो अंदर सब दे ਜ਼ਹਿਰ ਹੈ, ਅੱਗ ਬਲਦੀ ਪਈ ਹੈ। ਕਿਤਨੀ ਜਠ ਰੰਗੜੀ ਅੰਦਰ ਹੈ, ਬੰਦਾ ਉਹਨੂੰ ਸਹਿਨ ਕਰ ਲੈਂਦਾ ਹੈ, ਪਰ ਈਰਖਾ ਦੀ ਅੱਗ, ਕਾਮ ਕ੍ਰੋਧ ਦੀ ਅੱਗ ਅੰਦਰ ਸਾਨੂੰ ਸਾੜਦੀ ਪਈ ਹੈ ਖਾਲਸਾ ਜੀ। ਤੇ ਮਹਾਰਾਜ ਇਹੀ ਕਹਿ ਰਹੇ ਹਨ, ਭਾਈ ਸਾਹਿਬ ਜੀ ਇਤਨੇ ਜੀਵ ਦੁਖੀ ਹਨ, ਇਹਨਾਂ ਦਾ ਬੇੜਾ ਪਾਰ ਕਰੀਏ। ਹੁਣ ਕਿਸੇ ਕੋਲ ਸਮਾਂ ਨਹੀਂ ਵੀ ਇਤਨੀ ਬੰਦਗੀ ਕਰ ਸਕਣ, ਇੱਕ ਸੌਖੀ ਬਾਣੀ ਉਚਾਰਨ ਕਰੀਏ ਇਹਨਾਂ ਲਈ ਕਿ ਸਭ ਦਾ ਭਲਾ ਹੋ ਜੇ। ਭਾਈ ਸਾਹਿਬ ਉਸੇ ਵੇਲੇ ਤਿਆਰ ਹੋ ਗਏ, ਮਹਾਰਾਜ ਮੈਂ ਲਿਖਣ ਨੂੰ ਤਿਆਰ ਹਾਂ। ਭਾਈ ਸਾਹਿਬ ਜੀ ਲਿਖ ਰਹੇ ਹਨ ਤੇ ਮਹਾਰਾਜ ਜੀ ਨੇ ਉਚਾਰਨ ਕੀਤੀ ਬਾਣੀ, ਗੌੜੀ ਸੁਖਮਨੀ ਮਹੱਲਾ ਪੰਜਵਾ। ਸੁੱਖਾਂ ਦੀ ਮਣੀ, ਮਨ ਨੂੰ ਸੁਖ ਦੇਣ ਵਾਲੀ ਬਾਣੀ। ਸੁਖ ਮਨ ਈ, ਭਾਈ ਵੀਰ ਸਿੰਘ ਜੀ ਦੇ ਅਰਥ ਐਵੇਂ ਕਰਦੇ, ਸੁਖ ਮਨ ਈ, ਕਿ ਮਨ ਨੂੰ ਸੁਖ ਦੇਣ ਵਾਲੀ ਇਹ ਬਾਣੀ ਹੈ। ਇਹਦਾ ਸਾਰ ਵੀ ਇਹੀ ਹੈ ਨਾ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਰਹਾਉ ਸਾਰੇ ਸ਼ਬਦ ਦਾ ਕੇਂਦਰੀ ਸਾਰ ਹੁੰਦਾ ਹੈ ਖਾਲਸਾ ਜੀ। ਸਾਰੀ ਬਾਣੀ ਦਾ ਇਹ ਸਾਰ ਹੈ ਰਹਾਉ, ਕਿ ਮਨਾ ਇਹ ਸੁਖ ਮਨੀ, ਇਹ ਮਨ ਨੂੰ ਸੁਖ ਦੇਵੇਗੀ। ਉਹ ਕੀ ਹੈ, ਰੱਬ ਦਾ ਨਾਮ ਜਪ, ਬਾਣੀ ਨਾਲ ਜੁੜ। ਬਾਣੀ ਜੋ ਕਹਿੰਦੀ ਹੈ ਉਹਨੂੰ ਕਵਾ। ਤੇ ਮਹਾਰਾਜ ਨੇ ਪਹਿਲਾ ਸ਼ਲੋਕ ਉਚਾਰਨ ਕੀਤਾ, ਆਦ ਗੁਰ ਏ ਨਮਹਿ, ਜੁਗਾਦ ਗੁਰ ਏ ਨਮਹਿ, ਸਤ ਗੁਰ ਏ ਨਮਹਿ, श्री गुरुदेव ए नमः अष्टपदी। सिमरो सिमर सिमर सुख पावो, कल कलेश तन माहे मिटावो। इस तरह महाराज उच्चारण करी जा रहे। पहली अष्टपदी महाराज जी ने सिमर की महिमा बयान की, भाई रब नूं जितना याद करोगे उतना लाहा मिलेगा। दूजी अष्टपदी विच महाराज जी ने दीन दर्द दुख भंजना, घट घट नाथ अनाथ, शरण तुम्हारी आयो, नानक के प्रभ साथ। ये महाराज जी ने नाम की महिमा बयान की। एक दो गल्लां मैं इत्थे कह सकदा वां। इत्थे पाठ आंदा है बंधन पर है, लाख करोड़ी बंधन पर है, धद्दे नूं औंकड़ है। इत्थे ਜਿਹੜੇ व्याकरण वाले कहते जी बंद ना पर है, ਇਹਦੇ अर्थ करके वेखना। जे पहला ही बंद नहीं पैणगे ते बंधन छुटणगा किवें? पूरी पंक्ति पढ़ो, लाख करोड़ी बंद ना पर है। जे बंधन पैणगे ने लखां करोड़ी ते छुटकारा किवें होवेगा फिर? इस करके संप्रदाय जो पाठ है बंधन पर है। जे लखां करोड़ा बंधन पैणगे तां ही छुटकारा होवेगा नाम जप के। मेन पाठ बंधन है खालसा जी। इसे तरह के पढ़ते असी जह प्रसाद, वो पाठ जह नहीं है, जज्जे नूं सिहारी है, जेह प्रसाद, जिस दी किरपा द्वारा। जह होंदी जगह, जगह दी किरपा ते नहीं होनी भाई।
ਜਗ੍ਹਾ ਤੇ ਗੁਰੂ ਦੀ ਕਿਰਪਾ ਹੋਣੀ ਹੈ, ਬਸ ਪਰਮਾਤਮਾ ਦੀ ਬਖਸ਼ਿਸ਼ ਹੋਣੀ ਹੈ। ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ 36 ਅੱਗੇ ਹਾਹਾ ਵੀ ਹੈ, ਜਿਸ ਠਾਕੁਰ ਕੋ ਰਖ ਮਨ ਮਾਹੇ। ਇਸੇ ਤਰ੍ਹਾਂ ਇੱਕ ਪਾਠ ਹੁੰਦਾ ਹੈ, ਅਪਿਆਓ ਪਾਠ ਹੁੰਦਾ ਹੈ, ਅਪਿਆਓ, ਉਹ ਵੀ ਥੋੜਾ ਜਿਹਾ ਦੇਖ ਕੇ ਬੋਲਣਾ ਹੈ। ਸੁਦਾਖਰ ਆਖਰ ਦੂਜੀ ਇਸ਼ਟਪਦੀ ਚ ਆਉਂਦਾ ਹੈ, ਸੁਦਾਖਰ। ਇਹ ਜਿਹੜੇ ਥੋੜੇ ਪਾਠ ਥੋੜਾ ਦੇਖ ਕੇ ਪੜਿਆ ਕਰੀਏ ਤਾਂ ਆਪੇ ਥੋੜਾ ਆਨੰਦ ਆਵੇਗਾ ਖਾਲਸਾ ਜੀ। ਅਸੀਂ ਫਟਾਫਟ ਨਵੇੜੀ ਜਾਂਦੇ ਹਾਂ, ਹੁਣ ਪਾਠ ਹੋਣਾ ਅਗਲੇ ਮਹੀਨੇ, ਸ਼ਹੀਦੀ ਦਿਹਾੜਾ ਮਹਾਰਾਜ ਆ ਰਿਹਾ, ਬਸ ਫਟਾਫਟ ਪਾਠ, ਧਿਆਨ ਹੈ ਖਾਣ ਵਿੱਚ, ਵੀ ਸਮੋਸੇ ਖਾਣ ਨੂੰ ਮਿਲਣਗੇ ਸਾਨੂੰ, ਤਾਂ ਬਰਗਰ ਖਾਣੇ ਜਾਂ ਧਿਆਨ ਤਾਂ ਖਾਣ ਵਿੱਚ ਹੈ। ਕਰ ਰਹੇ ਹਾਂ ਸ਼ਹੀਦੀ ਦਿਹਾੜਾ ਮਹਾਰਾਜ ਦਾ ਮਨਾ ਰਹੇ ਹਾਂ, ਬਾਣੀ ਪੜ੍ਹਨੇ ਸੁਖਮਨੀ ਸਾਹਿਬ, ਧਿਆਨ ਖਾਣ ਵਿੱਚ ਨਹੀਂ ਪਾਈ, ਘੱਟ ਕਰੀਏ ਖਾਣਾ, ਖਾਓ ਪਰ ਸਹਿਜ ਦੇਖ ਕੜਾਪ ਸ਼ਾਦੀ ਜਾਇਜ਼ ਹੈ। ਬਸ ਸ਼ਹੀਦੀ ਦਿਹਾੜੇ ਵਿੱਚ ਸਾਡਾ ਧਿਆਨ ਹੈ ਖਾਣ ਪੀਣ ਵਿੱਚ ਹੀ ਹੈ, ਬੁਰਾ ਨਾ ਮੰਨਣਾ, ਥੋੜਾ ਸੁਧਰੀਏ, ਬਦਲਣਾ ਪੈਣਾ ਆਪਣੇ ਆਪ ਨੂੰ, ਨਹੀਂ ਬਦਲਾਂਗੇ ਤਾਂ ਉੱਥੇ ਹੀ ਰਵਾਂਗੇ, ਦੁਖੀ ਰਵਾਂਗੇ। ਪੜ੍ਹੀ ਜਾਂਦੇ ਸੁਖਮਨੀ ਸਾਹਿਬ ਫਿਰ ਵੀ ਦੁਖੀ ਝਗੜੇ ਕਰੀ ਜਾਂਦੇ ਆ। ਨਹੀਂ ਭਾਈ, ਇਹ ਬਾਹਰ ਬਾਣੀ ਮਹਾਰਾਜ ਸਾਡੇ ਲਈ ਉਚਾਰਨ ਕੀਤੀ ਹੈ, ਪੜ੍ਹਨਗੇ ਵਿਚਾਰਨਗੇ, ਇਹਨਾਂ ਦਾ ਬੇੜਾ ਪਾਰ ਹੋਵੇਗਾ। ਫਿਰ ਮਹਾਰਾਜ ਅੱਗੇ ਪੌੜੀ ਦਰ ਪੌੜੀ ਉਚਾਰਨ ਕਰੀ ਜਾ ਰਹੇ, ਬਹੁਤ ਸਾਸਤਰ ਬਹੁਤ ਸਿਮਰਤੀ। ਫਿਰ ਅੱਗੇ ਮਹਾਰਾਜ ਨਿਰਗੁਣ ਯਾਰ ਇਹ ਆਨੇ ਆ, ਤੁਰੀ ਜਾ ਰਹੇ ਮਹਾਰਾਜ, ਤੁਰੀ ਜਾ ਰਹੇ, ਦੇਨ ਹਾਰ ਪ੍ਰਭ ਛੋੜ ਕੇ ਅਗਾਂ ਤੁਰੀ ਜਾ ਰਹੇ ਮਹਾਰਾਜ। ਫਿਰ ਮਹਾਰਾਜ ਸੰਤ ਦੀ ਮਹਿਮਾ ਤੇ ਆ ਗਏ, ਬ੍ਰਹਮ ਗਿਆਨੀ ਅਸ਼ਟਪਦੀ ਮਹਾਰਾਜ ਆ ਗਏ। ਫਿਰ ਅੱਗੇ ਮਹਾਰਾਜ ਅਪਸ ਤੇ ਆ ਗਏ ਹਨ। ਫਿਰ ਮਹਾਰਾਜ ਕਈ ਕੋਟ ਤੇ ਆ ਗਏ, ਕਈ ਕੋਟ ਕਿ ਤੁਰੀ ਜਾ ਰਹੇ ਮਹਾਰਾਜ। ਸੁਖੀ ਬਸੈ ਮਸਕੀਨੀ ਆਪ ਨਿਵਾਰ ਤਰੇ। ਫਿਰ ਸੰਤ ਦੀ ਨਿੰਦਾ ਤੇ ਆ ਗਏ, ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਇਸ ਤਰ੍ਹਾਂ ਮਹਾਰਾਜ ਸਭ ਦੇ ਬਾਰੇ ਦੱਸ ਕੇ ਨਾ ਅਖੀਰ ਤੇ ਇਹੀ ਦਰਸਾਇਆ ਹੈ ਕਿ ਸੁਖਮਨੀ ਸਾਹਿਬ ਦਾ ਮਹੱਤਵ ਕੀ ਹੈ, ਇਹਦੀ ਮਹਿਮਾ ਕੀ ਹੈ। ਉਹ ਅਖੀਰਲੀ ਅਸ਼ਟਪਦੀ ਹੈ, ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਜਿਹੜਾ ਇਹਦਾ ਜਾਪ ਕਰੇਗਾ ਉਹਨੂੰ ਕੀ ਕੀ ਮਿਲੇਗਾ? ਮਿਲੇਗਾ ਜ਼ਰੂਰ ਭਾਈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ। ਸਰਵ ਇੱਛਾ ਤਾਕੀ ਪੂਰਨ ਹੋਏ, ਸਭ ਕਿਛ ਮਿਲੇਗਾ ਉਹਨੂੰ ਭਾਈ। ਦੇਖੋ ਇਹ ਹੈ ਸੁਖਮਨੀ ਸਾਹਿਬ। ਇਹਦਾ ਪਾਠ ਕਰਨ ਨਾਲ, ਕੇਵਲ ਪਾਠ ਕਰਨ ਨਾਲ ਪਾਪ ਖਤਮ ਹੋ ਜਾਣਗੇ। ਜੇ ਅੰਦਰ ਵਸ ਗਿਆ ਉਹਨੂੰ ਹੀ ਮਿਲੇਗਾ, ਅੰਦਰ ਵਸਣ ਵਾਲੇ ਨੂੰ। ਜਿਹਦੇ ਹਿਰਦੇ 'ਚ ਵਸ ਗਿਆ ਸੁਖਮਨੀ ਕੀ ਹੈ? ਵਾਹਿਗੁਰੂ ਵਾਹਿਗੁਰੂ, ਉਹਦੀ ਅਵਸਥਾ ਬਣੇਗੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਚਿੱਤ ਨੂੰ ਇਕਾਗਰ ਕਰਕੇ ਵੀ ਬਾਣੀ ਕਹਿੰਦੀ ਕੀ ਹੈ, ਮੈਂ ਉਸ ਤੇ ਅਮਲ ਕਰਾਂ, ਆਪਣੇ ਅੰਦਰ ਵਸਾਵਾਂ। ਸੁਖਮਨੀ ਸਹਿਜ, ਸਹਿਜ ਵੀ ਆਪੇ ਆਵੇਗਾ। ਗੋਬਿੰਦ ਗੁਣ ਨਾਮ, ਰੱਬ ਦੇ ਗੁਣ ਨਾਮ ਆਪੇ ਅੰਦਰ ਆ ਜਾਣਗੇ। ਇਸ ਤਰ੍ਹਾਂ ਮਹਾਰਾਜੇ ਨੇ ਮਹਿਮਾ ਬਿਆਨ ਕਰਕੇ ਅਖੀਰ ਤੇ ਕੀ ਆਖਿਆ? ਦੁਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ। ਸਭ ਤੇ ਊਜ ਤਾਕੀ ਸੋਭਾ ਬਨੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਇਹ ਗੁਣ ਹਨ, ਸਭ ਤੋਂ ਉੱਚੀ ਸੋਭਾ ਉਹਦੀ ਮਿਲ ਜਾਏਗੀ। ਜਿਹਨੂੰ ਕੋਈ ਪਦਵੀ ਨਾ ਮਿਲੇ ਨਾ, ਕੋਈ ਹਰ ਬੰਦਾ ਚਾਹੁੰਦਾ ਕਿ ਮੈਨੂੰ ਨੌਕਰੀ ਵਧੀਆ ਮਿਲ ਜਾਏ, ਚਲੋ ਨੌਕਰੀ ਲਈ ਵੀ ਹੈ, ਇਹਦਾ ਪਾਠ ਕਰਿਆ ਕਰੀ ਨੌਕਰੀ ਮਿਲ ਜਾਏਗੀ ਵਧੀਆ। ਸਭ ਕੁਛ ਸੁੰਦਰਤਾ ਵੀ ਆਵੇਗੀ, ਸੋਭਾ ਵੀ ਹੋਵੇਗੀ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹੋਮੈ ਛੋਰੈ। ਸਭ ਕੁਛ ਇਹ ਬਾਣੀ ਚੋਂ ਮਿਲੇਗਾ। ਇਹਨੂੰ ਸਾਰੇ ਪਾਠ, ਕਈ ਪਾਠ ਕਰਦੇ ਦਾ। ਐਸੇ ਜਿਹੜੇ ਪਾਠਕ ਜਨ ਹਨ, ਪਾਠਕ ਜਨ, ਪਾਠੀ ਨਹੀਂ ਕਹਿਣਾ ਅੱਜ ਤੋਂ ਬਾਅਦ ਕਿਸੇ ਨੂੰ, ਕੀ ਕਹਿਣਾ? ਪਾਠਕ। ਜਿਹੜੇ ਪਾਠਕ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ, ਮਹਾਰਾਜ ਦੇ ਬਾਣੀ ਪੜ੍ਹਨ ਦੇ ਪਾਠਕ ਹਨ, ਉਹਨਾਂ ਦੇ ਪਾਪ ਦੂਰ ਹੋਣਗੇ,
ਜਿਨ੍ਹਾਂ ਦੇ ਅੰਦਰ ਵਸੇਗੀ ਉਹਨਾਂ ਅੰਦਰ ਸਹਿਜ ਬਿਰਤੀ ਆਵੇਗੀ। ਤੇ ਕਿਵੇਂ ਮਹਿਮਾ ਹੋਰ ਬਿਆਨ ਕਰ ਰਹੇ ਹਨ। ਕਵੀ ਜੀ ਕਹਿੰਦੇ ਮੈਂ ਨਹੀਂ ਕਹਿ ਸਕਦਾ ਇਹਦੀ ਮਹਿਮਾ, ਮਹਾਰਾਜ ਜੀ ਨੇ ਖੁਦ ਹੀ ਦੱਸਤਾ ਹੈ ਇਸ ਬਾਣੀ ਵਿੱਚ, ਉਹਨੂੰ ਸਭ ਕੁਝ ਮਿਲੇਗਾ। ਤੇ ਹੋਰ ਕੀ ਦਰਸਾ ਰਹੇ ਹਨ, ਆਓ ਖਾਲਸਾ ਜੀਓ ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪ੍ਰਾਤ ਸਮੇਂ ਇੱਕ ਮਨ ਕਰ ਪਾਠ। ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਾਂ ਦਿਨ ਜਿਹੜੇ ਪ੍ਰਾਤ ਸਮੇਂ ਇੱਕ ਮਨ ਹੋ ਕੇ ਜਿਹੜਾ ਇਹਦਾ ਪਾਠ ਕਰਦਾ ਹੈ, ਮਿਟੇ ਪਾਪ ਕ੍ਰਿਤ ਜਾਮ ਜੋ ਆਠ। ਉਹਦੇ 8 ਪਹਿਰੇ ਦੇ ਪਾਪ, ਜਾਮ ਕਹਿੰਦੇ ਪਹਿਰ, 3 ਘੰਟੇ ਦਾ ਇੱਕ ਪਹਿਰ ਹੁੰਦਾ ਹੈ ਤੇ 8 ਤੀਆ 24 ਘੰਟੇ ਇੱਕ ਦਿਨ ਰਾਤ ਦੇ ਹੁੰਦੇ ਖਾਲਸਾ ਜੀ। ਭਾਵ 8 ਪਹਿਰ ਦੇ ਪਾਪ ਉਹਦੇ ਖਤਮ ਹੋ ਜਾਣਗੇ ਜਿਹੜਾ ਸਵੇਰੇ ਸਵੇਰੇ ਇਹਦਾ ਪਾਠ ਮਨ ਜੋੜ ਕੇ ਕਰ ਲਵੇ। ਪਰ ਧਿਆਨ ਰੱਖਣਾ, ਬੁਰਾ ਨਾ ਮੰਨਣਾ, ਅਸੀਂ ਪਾਠ ਤਾਂ ਸਭ ਕਰਦੇ ਆ, ਫਿਰ ਕਹਾਂਗੇ ਪਾਠ ਕਰ ਲਿਓ ਹੁਣ ਪਾਪ ਕਰੀ ਜਾਓ। ਨਹੀਂ ਭਾਈ, ਇਹ ਨਹੀਂ। ਪਾਠ ਕਰਕੇ ਸੋਚੋ ਵੀ ਬਾਣੀ ਨੇ ਆਖਿਆ ਕੀ ਹੈ। ਬੰਦਿਆ ਨਿੰਦਾ ਨਾ ਕਰ, ਨਿੰਦਾ ਕਰੇਗਾ ਤੇ ਕੀ ਮਿਲੇਗਾ? ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਇਹ ਬਚ ਕੇ ਰਹਿਣਾ ਇਹਨਾਂ ਪਾਪਾਂ ਤੋਂ। ਝੂਠ ਨਹੀਂ ਬੋਲਣਾ, ਠੱਗੀ ਨਹੀਂ ਮਾਰਨੀ, ਇਮਾਨਦਾਰੀ ਵਰਤਣੀ ਹੈ। ਐਸੇ ਜਿਹੜੇ ਕਰਮ ਹਨ ਉਹ ਬਚ ਕੇ ਰਹੀਏ ਇਹਨਾਂ ਤੋਂ। ਤੇ ਇਹ ਪਾਪ ਨਹੀਂ ਕਰਨੇ। ਤੇ ਜਿਹੜੇ ਪੁਰਾਣੇ ਪਾਪ ਹਨ, ਅਚਾਨਕ ਜਿਹੜੇ ਪਾਪ ਹੋਏ, ਕਈ ਵਾਰੀ ਅਚਾਨਕ ਪਾਪ ਹੋ ਜਾਂਦੇ, ਉਹਨਾਂ ਤੋਂ ਤੇਰਾ ਬਚਾਅ ਹੋ ਜਾਵੇਗਾ। ਜਨਮ ਮਰਨ ਤਿੰਨ ਕੋ ਕੱਟ ਜਾਏ। ਉਹਨਾਂ ਗੁਰਸਿੱਖਾਂ ਦਾ ਜਨਮ ਮਰਨ ਦਾ ਦੁੱਖ ਆਪੇ ਹੀ ਖਤਮ ਹੋ ਜਾਵੇਗਾ। ਪਠ ਪ੍ਰਭ ਚਰਨਨ ਰਹੇ ਸਮਾਏ। ਜਿਹੜੇ ਗੁਰੂ ਕੇ ਪਿਆਰੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ, ਪਠ ਕੇ, ਵਿਚਾਰ ਕਰਕੇ ਆਪਣੇ ਅੰਦਰ ਵਸਾ ਲੈਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਦੇ ਅੰਦਰ ਵਸ ਗਈ ਸੁਖਮਨੀ ਸਾਹਿਬ ਦਾ ਇਹ ਜਾਪ, ਕਈਆਂ ਨੂੰ ਯਾਦ ਵੀ ਹੈ ਖਾਲਸਾ ਜੀ, ਪਰ ਯਾਦ ਜ਼ੁਬਾਨ ਤੇ ਹੈ, ਜੇ ਅੰਦਰ ਨਹੀਂ ਵਸਿਆ। ਬੁਰਾ ਨਾ ਮੰਨਣਾ, ਜੇ ਅੰਦਰ ਵਸ ਗਿਆ ਨਾ ਰਗ ਰਗ ਵਿੱਚ, ਰੋਮ ਰੋਮ ਵਿੱਚ, ਬਸ ਜਿੰਦੇ ਜੀ ਬੰਦਾ ਮੁਕਤ ਹੈ। ਇਹ ਹੈ ਪਾਠ, ਇਹ ਹੈ ਤਾਂ ਇਤਨਾ ਵੱਡਾ ਮਹਾਤਮ ਕਿ ਜਨਮ ਮਰਨ ਦਾ ਸਾਰਾ ਦੁੱਖ ਖਤਮ ਹੋ ਜਾਵੇਗਾ। ਜਨਮ ਤੋਂ ਲੈ ਕੇ ਮਰਨ ਤੱਕ ਜਿਤਨੇ ਦੁੱਖ ਹਨ, ਇਹੀ ਸੀ ਤਤੀ ਤਵੀ। ਤਤੀ ਤਵੀ ਕਿਤਨਾ ਵੱਡਾ ਦੁੱਖ ਸੀ ਖਾਲਸਾ ਜੀ। ਉਹ ਜੇਠ ਦਾ ਮਹੀਨਾ, ਤਤੀ ਤਵੀ ਤੇ ਬਹਿਣਾ, ਉਹ ਕੋਈ ਦੁੱਖ ਨਹੀਂ ਲੱਗਿਆ, ਕਿਉਂਕਿ ਅੰਦਰ ਸੁਖਮਨੀ ਸਾਹਿਬ ਦਾ ਜਾਪ ਵਸਿਆ ਹੋਇਆ ਸੀ। ਇੱਕੋ ਹੀ ਰੂਪ ਹੋ ਗਏ ਸੀ। ਇਹ ਹੈ ਇੱਕ ਰੂਪ। ਜਿੱਥੇ ਇੱਕ ਰੂਪ ਬਣ ਜਾਵੇ ਰੱਬ ਦਾ ਪਿਆਰਾ, ਉੱਥੇ ਸਭ ਜਨਮ ਮਰਨ ਦੇ ਦੁੱਖ ਖਤਮ ਹੋ ਜਾਂਦੇ ਹਨ। ਜਹਾਂ ਬੈਠ ਸੁਖ ਮਨੀ ਉਚਾਰੀ। ਤਿਸ ਕੇ ਦਰਸ਼ਨ ਹੋਏ ਫਲ ਪਾਰੀ। ਜਿਸ ਜਗ੍ਹਾ ਤੇ ਬੈਠ ਕੇ ਮਹਾਰਾਜ ਜੀ ਨੇ ਇਹ ਸੁਖਮਨੀ ਸਾਹਿਬ ਦਾ ਪਾਠ ਉਚਾਰਨ ਕੀਤਾ, ਉਹ ਪਾਵਨ ਸਥਾਨ ਰਾਮਸਰ ਸਰੋਵਰ ਦਾ ਇੱਕ ਪਾਵਨ ਕੰਡਾ, ਇਸ਼ਾਨ ਕੋਣ ਦਾ ਕੰਡਾ। ਉਹ ਸਥਾਨ ਇਤਨਾ ਪਵਿੱਤਰ ਹੈ, ਉਹਦੇ ਦਰਸ਼ਨ ਕਰ ਲੋ ਖਾਲਸਾ ਜੀਓ, ਤੁਹਾਨੂੰ ਉਹੀ ਫਲ ਮਿਲੇਗਾ। ਬਸ ਦਰਸ਼ਨ ਕਰਨ ਨਾਲ ਫਲ ਮਿਲ ਜਾਏਗਾ। ਦੇਖੋ ਮਹਾਰਾਜ ਇਹ ਵੀ ਬਖਸ਼ਿਸ਼ ਕਰਦੇ ਆ। ਜਿੱਥੇ ਬੈਠ ਕੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਸੁਖਮਨੀ ਸਾਹਿਬ, ਉਹਦੇ ਦਰਸ਼ਨ ਕਰ ਲਈਏ, ਉਤਨਾ ਫਲ ਮਹਾਤਮ ਮਿਲੇਗਾ। ਸਭ ਲਿਖਵਾਏ ਉਠੇ ਗੁਰ ਪੂਰੇ। ਇਸ ਤਰ੍ਹਾਂ ਪੂਰੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਸਾਰੀ ਬਾਣੀ ਲਿਖਵਾਈ ਹੈ, ਤੇ ਮਹਾਰਾਜ ਜੀ ਲਿਖਵਾ ਕੇ ਆਪਣੇ ਆਸਨ ਤੋਂ ਉਠੇ ਹਨ। ਪਰ ਉਪਕਾਰ ਚਰਿਤ ਜਿਨ ਰੂਰੇ। ਜਿਨ੍ਹਾਂ ਦੇ ਅਸ਼ਚਰਜ ਕੋਤਕ ਹਨ, ਦੂਜੇ ਦਾ ਭਲਾ ਕਰਨ ਲਈ, ਮਨੁੱਖਤਾ ਦੇ ਭਲੇ ਲਈ ਮਹਾਰਾਜ ਨੇ ਐਸੀ ਸੋਹਣੀ ਬਾਣੀ ਉਚਾਰਨ ਕੀਤੀ, ਜਿਹਦਾ ਪਾਠ ਮੁਸਲਮਾਨ ਵੀ ਕਰਦੇ ਹਨ। ਅੱਗੇ ਜ਼ਿਕਰ ਆਵੇਗਾ। ਵਜ਼ੀਰ ਖਾਂ
ਇੱਕ ਮੁਸਲਮਾਨ ਸੀ ਖਾਲਸਾ ਜੀ, ਪੰਜਵੇਂ ਪਾਤਸ਼ਾਹ ਵੇਲੇ ਹੀ, ਤੇ ਉਹਦਾ ਰੋਗ ਦੂਰ ਕੀਤਾ, ਜਲੋਦਰ ਦਾ ਰੋਗ। ਇਹ ਬਾਣੀ ਨੇ ਦੂਰ ਕੀਤਾ ਉਹਦਾ ਰੋਗ ਖਾਲਸਾ ਜੀ। ਤੇ ਰੋਜ਼ ਇਹਦੇ 2 ਪਾਠ ਕਰਦਾ ਸੁਖਮਨੀ ਸਾਹਿਬ ਦੇ। ਮੁਸਲਮਾਨ ਵੀ ਇਹਦਾ ਪਾਠ ਕਰਦੇ, ਹਿੰਦੂ ਭਰਾ ਜੀ ਵੀ ਪਾਠ ਕਰਦੇ ਦਾ, ਕੋਈ ਸਿੱਖ ਵੀ ਇਹਦਾ ਪਾਠ ਰੋਜ਼ ਹੀ ਕਰਦੇ। ਵੀ ਐਸੀ ਬਾਣੀ ਹੈ ਜਿਹੜੀ ਮਹਾਰਾਜ ਜੀ ਨੇ ਉਚਾਰਨ ਕੀਤੀ। ਇਹ ਸਤਿਗੁਰ ਜੀ ਮਨੁੱਖਤਾ ਦੇ ਭਲੇ ਲਈ ਬਾਣੀ ਉਚਾਰਨ ਕਰਦੇ ਹਨ, ਆਪਣੇ ਲਈ ਨਹੀਂ। ਆਪ ਤਾਂ ਸਤਿਗੁਰ ਦਾ ਭਲਾ ਹੀ ਹੈ ਨਾ, ਕਿ ਦੂਜੇ ਦੇ ਭਲੇ ਲਈ ਮਹਾਰਾਜ ਜੀ ਨੇ ਐਸੀ ਸੋਹਣੀ ਬਾਣੀ ਉਚਾਰਨ ਕੀਤੀ ਹੈ। ਇਸੀ ਪ੍ਰਕਾਰ ਨਿਤਾ ਪ੍ਰਤ ਬਾਣੀ। ਇਸ ਤਰ੍ਹਾਂ ਮਹਾਰਾਜ ਨਿਤਾ ਪ੍ਰਤੀ ਦਿਨ ਅਤੇ ਰੋਜ਼ ਦਿਨ ਮਹਾਰਾਜ, ਹਰ ਦਿਨ ਮਹਾਰਾਜ ਨਵਾਂ ਰਾਗ, ਨਵੀਂ ਬਾਣੀ ਉਚਾਰਨ ਕਰਦੇ ਹਨ। ਲਿਖਵਾਵੇਂ ਰਚ ਰਚ ਗੁਣ ਖਾਨੀ। ਰਚ ਰਚ ਗੁਣ ਖਾਨੀ, ਗੁਣਾ ਦੀ ਖਾਨ ਰਚ ਰਚ ਕੇ ਜੋ ਇਲਹਾਮ ਹੋ ਰਿਹਾ ਮਹਾਰਾਜ, ਉਹ ਬਾਣੀ ਲਿਖਵਾ ਰਹੇ ਹਨ। ਬਹੁਰ ਕਥਾ ਔਰੈ ਇੱਕ ਹੋਈ। ਕਵੀ ਜੀ ਕਹਿੰਦੇ ਖਾਲਸਾ ਜੀ ਇੱਕ ਹੋਰ ਕਥਾ ਹੋਈ ਹੈ, ਉਹ ਵੀ ਸ਼ਰਵਣ ਕਰੋ ਜੀ। ਬਰਨੀ ਬਨੇ ਇਹਾਂ ਅਬ ਸੋਈ। ਇੱਥੇ ਉਹ ਕਥਾ ਕਹਿਣੀ ਜਾਇਜ਼ ਬਣਦੀ ਹੈ, ਹੋਈ ਤਾਂ ਪਹਿਲੇ ਸੀ, ਪਰ ਇੱਥੇ ਜੋ ਢੁਕਵਾਂ ਪਾਵਨ ਪ੍ਰਸੰਗ ਚੱਲ ਰਿਹਾ ਹੈ, ਇੱਥੇ ਉਹ ਕਥਾ ਕਹਿਣੀ ਜਾਇਜ਼ ਬਣਦੀ ਹੈ। ਰਾਮ ਕਲੀ ਸ਼ੁਭ ਰਾਗ ਮਝਾਰ। ਰਾਮ ਕਲੀ ਰਾਗ ਜੋ ਸ਼ੁਭ ਰਾਗ ਹੈ, ਉਹਦੇ ਵਿੱਚ ਡੋਮ ਬਨਾਈ ਲਿਖੀ ਸੋ ਵਾਰ। ਰਾਮ ਕਲੀ ਦੀਆਂ 3 ਵਾਰਾਂ ਹਨ ਖਾਲਸਾ ਜੀ। ਇੱਕ ਮਹੱਲਾ ਤੀਜਾ, ਰਾਮ ਕਲੀ ਕੀ ਵਾਰ ਮਹੱਲਾ ਤੀਜਾ। ਦੂਜੀ ਹੈ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ। ਤੀਜੀ ਹੈ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਇਹ ਡੂਮ ਮਰਾਸ਼ੀ ਹੋਏ 2 ਭਰਾ, ਰਾਏ ਬਲਵੰਡ ਅਤੇ ਸੱਤਾ, ਇਹ 2 ਡੂਮ ਹੋਏ। ਇਹਨੂੰ ਟਿੱਕੇ ਦੀ ਵਾਰ ਵੀ ਕਹਿੰਦੇ ਨੇ, ਟਿੱਕੇ ਦੀ ਵਾਰ। ਟਿੱਕੇ ਦੀ ਵਾਰ ਇਹ ਦੋਵਾਂ ਭਰਾਵਾਂ ਨੇ ਜਿਹੜੀ ਵਾਰ ਉਚਾਰਨ ਕੀਤੀ, ਵਡਿਆਈ ਕੀਤੀ ਗੁਰੂ ਸਾਹਿਬ ਜੀ ਦੀ। ਲੱਦਾ ਸਿੱਖ ਤਿਨੋਂ ਲੈ ਆਵਾ। ਇਹ ਵਾਰ ਕਿਉਂ ਉਚਾਰਨ ਕੀਤੀ ਇਹਨਾਂ ਨੇ, ਕਿਉਂ ਵਡਿਆਈ ਕੀਤੀ, ਕਿਉਂ ਬਾਣੀ ਦਰਦ ਹੋਈ ਇਹਨਾਂ ਦੀ, ਕਿਵੇਂ ਸ਼ਰਾਪ ਮਿਲਿਆ ਇਹਨਾਂ ਨੂੰ, ਤੇ ਕਿਵੇਂ ਭਾਈ ਲੱਦਾ ਪਰਉਪਕਾਰੀ ਨੇ ਇਹਦਾ ਭਲਾ ਕਰਾਇਆ ਦੋਵਾਂ ਭਰਾਵਾਂ ਦਾ। ਹੁਣ ਉਹ ਪ੍ਰਸੰਗ ਇੱਥੇ ਲਿਖਣਾ ਜਾਇਜ਼ ਬਣਦਾ ਹੈ। ਸ਼੍ਰੀ ਗੁਰ ਕੋ ਦਰਸ਼ਨ ਕਰਵਾਵਾ। ਤੇ ਭਾਈ ਲੱਦੇ ਪਰਉਪਕਾਰੀ ਨੇ ਆਪਣਾ ਮੁਖ ਕਾਲਾ ਕਰਕੇ ਖਾਲਸਾ ਜੋ ਕਿ ਜ਼ਿਕਰ ਆਵੇਗਾ ਸਾਰਾ ਉਹੀ ਸ਼ੁਰੂ ਹੋਣਾ ਹੈ। ਆਪਣਾ ਮੁਖ ਕਾਲਾ ਕਰਕੇ ਖਾਲਸਾ ਜੀਓ ਗੁਰੂ ਸਾਹਿਬ ਜੀ ਕੋ ਲੈ ਕੇ ਆਏ ਦੋਵਾਂ ਭਰਾਵਾਂ ਨੂੰ, ਦੋਵਾਂ ਦੇ ਗੁਨਾਹ ਬਖਸ਼ਾਏ। ਐਸਾ ਵੱਡਾ ਉਪਕਾਰ ਕੀਤਾ ਭਾਈ ਲੱਦੇ ਪਰਉਪਕਾਰੀ ਨੇ। ਸੁਨ ਸਿੱਖਨ ਪੂਜੀ ਸਭ ਸਾਥਾ। ਤੇ ਜਦੋਂ ਸਿੱਖਾਂ ਨੇ ਸੁਣਿਆ ਤੇ ਸਾਰੇ ਸਿੱਖਾਂ ਨੇ ਇਹ ਪ੍ਰਸ਼ਨ ਪੁੱਛਿਆ ਹੈ, ਸਰਬ ਬਿਰਤਾਂਤ ਕੋ ਹਮ ਸਾਥਾ। ਕਿ ਦੱਸੋ ਭਾਈ ਰਾਮ ਕੌਰ ਜੀ, ਦੱਸੋ ਇਹਦਾ ਕੀ ਕਾਰਨ ਬਣਿਆ। ਹੁਣ ਸੁਣਾ ਰਹੇ ਹਨ ਭਾਈ ਰਾਮ ਕੌਰ ਸਾਰੀ ਕਥਾ, ਜਿਹੜੇ ਸਿੱਖ ਸੁਣ ਰਹੇ ਹਨ ਸਰੋਤਾ ਜਨਾ, ਉਹਨੇ ਪੁੱਛੀ ਲੈ ਦੱਸੋ ਜੀ ਭਾਈ ਸਾਹਿਬ ਜੀ ਇਹਦੇ ਪਿੱਛੇ ਕਾਰਨ ਕੀ ਬਣਿਆ ਕਿ ਲੱਦੇ ਪਰਉਪਕਾਰੀ ਨੇ ਕਿਵੇਂ ਬਖਸ਼ਾਇਆ ਉਹਨਾਂ ਨੂੰ। ਸੁਨ ਸ਼ਰੋਤਨ ਤੇ ਸਕਲ ਪ੍ਰਸੰਗ। ਤੇ ਉਹਨਾਂ ਸਰੋਤਾ ਜਨਾਂ ਤੋਂ ਸਾਰਾ ਪ੍ਰਸੰਗ ਸੁਣ ਕੇ, ਬੇਨਤੀ ਸੁਣ ਕੇ ਭਾਈ ਰਾਮ ਕੌਰ ਜੀ ਕਹਿਣ ਲੱਗੇ ਹਨ, ਕੀਨ ਉਚਾਰਨ ਹਿਤ ਕੇ ਸੰਗ। ਆਪਣੇ ਹਿੱਤ ਨਾਲ, ਸ਼ੌਂਕ ਨਾਲ, ਪ੍ਰੇਮ ਨਾਲ ਭਾਈ ਸਾਹਿਬ ਜੀ ਉਹ ਸਾਰਾ ਪ੍ਰਸੰਗ ਸੁਣਾਉਣ ਲੱਗੇ ਹਨ। ਉਤੋ ਡੂਮ ਬਲਵੰਡ ਮਾਨਾ। ਇੱਕ ਡੂਮ ਮਰਾਸ਼ੀ ਸੀ ਜਿਹਦਾ ਨਾਮ ਸੀ ਬਲਵੰਡ ਖਾਲਸਾ ਜੀ। 2 ਭਰਾ ਸੀ, ਸੱਤਾ ਅਤੇ ਬਲਵੰਡ। ਬਲਵੰਡ ਜੋ ਡੂਮ ਮਰਾਸ਼ੀ ਸੀ, ਸੱਤਾ ਤਿਸ ਕੋ ਅਨੁਜ ਸੁਜਾਨਾ। ਵੱਡਾ ਭਰਾ ਸੀ ਬਲਵੰਡ ਤੇ ਛੋਟਾ ਸੀ ਸੱਤਾ। 2 ਭਰਾ ਸੀ। ਸੱਤਾ ਕਹਿੰਦੇ ਅਨੁਜ, ਅਨੁਜ ਦਾ ਅਰਥ ਹੈ ਛੋਟਾ ਭਰਾ। ਛੋਟਾ ਭਰਾ ਸੱਤਾ ਤੇ ਵੱਡਾ ਭਰਾ ਬਲਵੰਡ ਸੀ। ਦਾਰਦ ਤੇ ਦੋਹਨ ਦੁਖ ਪਾਇਓ। ਦੋਵੇਂ ਬੜੇ ਗਰੀਬ ਸਨ ਖਾਲਸਾ ਜੀਓ, ਤੇ ਗਰੀਬੀ ਕਰਕੇ ਬੜਾ ਦੁੱਖ ਪਾਇਆ ਇਹਨਾਂ ਨੇ। ਕਰੇ ਯਤਨ ਧਨ ਹੱਥ ਨ ਆਇਓ। ਬੜੇ ਯਤਨ ਕੀਤੇ ਪਰ ਧਨ ਇਹਨਾਂ ਦੇ ਹੱਥ ਨਹੀਂ ਆਇਆ। ਤਬ ਬਲਵੰਡ ਦੇਸ਼ ਕਿਤ ਗਇਓ। ਤੇ ਜਿਹੜਾ ਬਲਵੰਡ ਸੀ
ਉਹ ਕਿਸੇ ਦੂਰ ਥਾਂ ਤੇ ਪੈਸਾ ਕਮਾਉਣ ਲਈ ਜਦੋਂ ਗਿਆ ਹੈ ਫਿਰੇ ਉਹ ਬਹੁਤ ਕੁਛ ਦਰਬ ਨਾ ਤੇ ਪਇਓ। ਥਾਂ ਥਾਂ ਤੇ ਘੁੰਮਦਾ ਰਿਹਾ, ਉਹਨੇ ਥਾਂ ਥਾਂ ਜਾ ਕੇ ਹੱਥ ਪੈਰ ਮਾਰੇ, ਪਰ ਉਹਨੂੰ ਬਹੁਤਾ ਧਨ ਨਾ ਪ੍ਰਾਪਤ ਹੋਇਆ। ਸੱਤਾ ਸਤਿਗੁਰ ਪਾਸ ਰਿਓ ਇਹਦਾ ਹੈ, ਛੋਟਾ ਭਰਾ ਜੋ ਸੱਤਾ ਹੈ ਉਹ ਮਹਾਰਾਜ ਜੀ ਦੇ ਕੋਲ ਹੀ ਰਹਿ ਕੇ ਕਰੇ ਕੀਰਤਨ ਆਨੰਦ ਲਿਓ ਹੈ। ਇਹ ਤਾਂ ਕੀਰਤਨ ਕਰਦਾ ਹੈ, ਛੋਟਾ ਭਰਾ ਸੱਤਾ ਮਹਾਰਾਜ ਜੀ ਕੋਲ ਰਹਿ ਕੇ ਆਨੰਦ ਪ੍ਰਾਪਤ ਕਰਦਾ ਹੈ। ਆਨੰਦ ਵੀ ਮਿਲਦਾ ਹੈ ਤੇ ਖੁੱਲੇ ਗੱਫੇ ਵੀ ਆਉਂਦੇ ਹਨ ਮਾਇਆ ਦੇ। ਸੁਖ ਸੋ ਕੀ ਨਸ ਨਿਜ ਗੁਜਰਾਨ, ਇਹਨੇ ਆਪਣਾ ਗੁਜਰਾਨ ਬੜੇ ਸੁਖ ਆਨੰਦ ਨਾਲ ਕੀਤਾ ਹੈ ਪਾਏ ਦਰਬ ਕਰ ਪੈਰਨ ਖਾਨ। ਤੇ ਇਹਨੂੰ ਖੁੱਲੇ ਧਨ ਦੇ ਗੱਫੇ ਵੀ ਮਿਲਦੇ ਹਨ, ਵਧੀਆ ਕੱਪੜੇ ਵੀ ਪਾਣ ਨੂੰ ਮਿਲਦੇ ਹਨ ਕਿਤਕ ਸਿੱਖ ਅਰਦਾਸ ਕਰਾਵੇ, ਤੇ ਕਈ ਸਿੱਖ ਇਹਨਾਂ ਤੋਂ ਅਰਦਾਸ ਵੀ ਕਰਾਉਂਦੇ, ਰਾਗੀ ਸਿੰਘ ਜੀ ਸਾਡੀ ਅਰਦਾਸ ਕਰ ਦਿਓ ਜੀ। ਜਾਂ ਕਈ ਰੱਬ ਦੇ ਪਿਆਰੇ ਇਹਨਾਂ ਨੂੰ ਮੱਥਾ ਵੀ ਟੇਕਦੇ, ਲੋ ਮਹਾਂਪੁਰਸ਼ੋ ਇਹ ਤੁਹਾਡੀ ਭੇਟਾ ਹੈ। ਇਸ ਤਰ੍ਹਾਂ ਇਹਨਾਂ ਰਾਗੀ ਸਿੱਖਾਂ ਨੂੰ, ਰਬਾਬੀ ਸਿੱਖਾਂ ਨੂੰ ਕਈ ਅਰਦਾਸ ਵੀ ਕਰਾਉਂਦੇ ਹਨ। ਸਤਿਗੁਰ ਘਰ ਤੇ ਸਭ ਕੁਛ ਪਾਵੇ, ਤੇ ਇਸ ਭਾਈ ਸੱਤੇ ਨੂੰ ਗੁਰੂ ਘਰ ਤੋਂ ਸਭ ਕੁਝ ਮਿਲ ਰਿਹਾ ਹੈ। ਫਿਰ ਬਲਵੰਡ ਵਿਦੇਸ਼ ਮਝਾਰੇ, ਜਿਹੜਾ ਵੱਡਾ ਭਰਾ ਬਲਵੰਡ ਹੈ ਉਹ ਦੇਸ਼ਾਂ ਵਿਦੇਸ਼ਾਂ ਚ, ਦੇਸ਼ ਕਹਿੰਦੇ ਦੂਜੀ ਜਗ੍ਹਾ, ਇਹ ਨਹੀਂ ਕੈਨੇਡਾ ਅਮਰੀਕਾ ਨਹੀਂ, ਉਦੋਂ ਦੂਜੀ ਜਗ੍ਹਾ ਤੇ ਘੁੰਮ ਕੇ, ਥਾਂ ਥਾਂ ਤੇ ਘੁੰਮ ਕੇ ਜਦੋਂ ਥੱਕ ਗਿਆ, ਉਹਨੂੰ ਕਿਧਰੋਂ ਪੈਸਾ ਨਾ ਮਿਲਿਆ, ਨਿਰਧਨ ਹੀ ਆਇਓ ਗੁਰਦੁਆਰੇ, ਤੇ ਬੜਾ ਗਰੀਬ ਹੈ, ਬੜਾ ਨਿਰਧਨ ਹੈ, ਤੇ ਥਾਂ ਥਾਂ ਤੇ ਘੁੰਮ ਕੇ ਇਹ ਗੁਰੂ ਸਾਹਿਬ ਜੀ ਦੇ ਘਰ ਪਹੁੰਚਿਆ ਹੈ। ਦੁਖੀ ਹੋਏ ਕਰ ਬੋ ਕੁਲਾਇਓ, ਜਦੋਂ ਗੁਰਦੁਆਰੇ ਪਹੁੰਚ ਕੇ ਨੇ ਬੇਨਤੀ ਕੀਤੀ, ਮਹਾਰਾਜ ਮੈਂ ਬੜਾ ਦੁਖੀ ਹਾਂ, ਮੇਰੀ ਬੇਨਤੀ ਸੁਣੋ ਜੀ। ਸ਼੍ਰੀ ਅਰਜਨ ਜਸ ਕਵਿਤ ਬਣਾਇਓ, ਉਹਨੇ ਕਵਿਤ ਬਣਾ ਕੇ, ਮਰਾਸ਼ੀ ਹੈ ਨਾ, ਮਰਾਸ਼ੀ ਬੜੇ ਤੇਜ਼ ਹੁੰਦੇ ਖਾਲਸਾ ਜੀ, ਕਿਸੇ ਤੋਂ ਪੈਸਾ ਠਗੜਾ ਹੋਵੇ ਨਾ ਤੇ ਬੜੀ ਵਡਿਆਈ ਕਰਦੇ ਉਹਦੀ, ਅੱਜ ਵੀ ਹਨ ਬੜੀ ਕਹਿੰਦੇ ਨੂੰ ਜਿਵੇਂ ਕਹਿੰਦੇ ਪੰਪ ਮਾਰ ਕੇ ਜਾਂ ਲੀਚਾ ਪੋਚੀ ਕਰਕੇ ਜਾਂ ਘਿਓ ਲਾ ਕੇ, ਤੇ ਇਸ ਤਰ੍ਹਾਂ ਮਰਾਸ਼ੀ ਹੈ ਇਹ ਬਲਵੰਡ, ਇਹਨੇ ਚੰਗੀ ਤਰ੍ਹਾਂ ਵਡਿਆਈ ਕੀਤੀ ਮਹਾਰਾਜ ਜੀ ਦੀ। ਕਵਿਤ ਆਇਓ ਨਿਜ ਦੁਆਰੇ ਤੇ ਅਕਲ ਪੱਤਰ ਥਾਰੇ ਪਾਰੇ, ਮਰਾਸ਼ੀ ਕਹਿਣ ਲੱਗਾ, ਬਲਵੰਡ ਕਹਿਣ ਲੱਗਾ, ਮਹਾਰਾਜ ਮੈਂ ਤੁਹਾਡੇ ਦਰਬਾਰੇ ਆਇਆ ਹਾਂ, ਤੁਸੀਂ ਕਲਪਤਰ ਹੋ। ਕਲਪਤਰ ਕਹਿੰਦੇ ਕਾਮ ਧੇਨ, ਇਹ ਗਊ ਹੁੰਦੀ ਹੈ, ਤੇ ਕਲਪਤਰ ਕਹਿੰਦੇ ਉਹ ਵ੍ਰਿਕਸ਼ ਹੈ ਜਿਹੜੀ ਹਰ ਕਾਮਨਾ ਪੂਰੀ ਕਰਦਾ ਹੈ। ਖਾਲਸਾ ਜੀ ਬਾਣੀ ਦੇ ਬਚਨ ਆਣਾ, ਪਾਰ ਜਾਤ ਹਰ ਹਰ ਰੁੱਖ, ਉਹ ਪਾਰ ਜਾਤ ਇਹ ਕਲਪ ਦਰਖਤ ਹੁੰਦਾ ਹੈ। ਖਾਲਸਾ ਜੀ ਤੇ ਐਸਾ ਦਰਖਤ ਮਹਾਰਾਜ ਤੁਸੀਂ ਹੋ। ਉਹ ਦਰਖਤ ਤਾਂ ਮਹਾਰਾਜ ਸਵਰਗ ਵਿਖੇ ਹੋਵੇਗਾ, ਪਰ ਤੁਸੀਂ ਮਹਾਰਾਜ ਦੁਨੀਆ ਵਿੱਚ ਪ੍ਰਤੱਖ ਕਲਪਤਰ ਦੇ ਬਰਾਬਰ ਹੋ। ਬਿਰਦ ਬਿਲੰਦ ਦੀਨ ਦਰਦ ਬੇਦਾਰੇ ਹੋ, ਸਤਿਗੁਰੂ ਜੀ ਤੁਹਾਡਾ ਬਿਰਦ ਬੜਾ ਵੱਡਾ ਹੈ, ਤੁਸੀਂ ਗਰੀਬਾਂ ਦੇ ਦਰਦਾਂ ਨੂੰ ਦੂਰ ਕਰਨ ਵਾਲੇ ਹੋ। ਦ੍ਰੋਪਦੀ ਉਧਾਰੀ ਗਜ ਗ੍ਰਾਹ ਤੇ ਛੁਟਾਰੀ, ਤੁਸਾਂ ਨੇ ਹੀ ਮਰਦ ਬਖਸ਼ਿਸ਼ ਕੀਤੀ ਹੈ ਕਿ ਭਾਰੀ ਸਭਾ ਵਿੱਚ ਦ੍ਰੋਪਦੀ ਦੀ ਆਬਰੂ ਨਿਲਾਮ ਹੋ ਰਹੀ ਸੀ। ਉਹਨੇ ਕੀ ਯਾਦ ਕੀਤਾ? ਉਹਨੇ ਆਪਣੇ ਸਾਰੇ ਜਿਹੜੇ 5 ਉਹਦੇ ਪਤੀ ਸਨ ਸਭ ਨੂੰ ਯਾਦ ਕੀਤਾ, ਪਰ ਕੋਈ ਨਾ ਉੱਠਿਆ। ਖਾਲਸਾ ਜੀ ਭਾਰੀ ਸਭਾ ਵਿੱਚ ਸਾਰੇ ਬੈਠੇ ਸਨ, ਉਹਦਾ ਜ਼ਿਕਰ ਕਰਦੇ ਭਾਈ ਗੁਰਦਾਸ ਜੀ ਦੀ, ਸਾਰੇ ਬੈਠੇ ਸਨ, ਕਿਸੇ ਨੇ ਉੱਠ ਕੇ ਸਹਾਇਤਾ ਨਹੀਂ ਕੀਤੀ ਦ੍ਰੋਪਦੀ ਦੀ, ਪਰ ਇਹਨੇ ਅੱਖਾਂ ਮੀਚ ਕੇ ਧਿਆਨ ਧਾਰਨ ਕੀਤਾ ਉਸ ਵੇਲੇ ਦੇ ਅਵਤਾਰ ਕ੍ਰਿਸ਼ਨ ਜੀ ਦਾ। ਉਦੋਂ ਅਵਤਾਰ ਸਨ। ਅੱਖੀ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੈ ਬਿਲਨਾਂਦੀ। ਤੇ ਉਦੋਂ ਖਾਲਸਾ ਜੀ ਰੱਬ ਰੂਪ ਆਪੇ ਸਹਾਇਤਾ ਕਰਨ ਵਾਸਤੇ ਆਏ ਦੀ। ਅੰਬਰ ਕੋਟ ਉਸਾਰੇਨ, ਥੱਕੇ ਦੂਤ ਨਾ ਪਾਰ ਵਸਾਂਦੀ। ਢੇਰ ਲੱਗੇ ਸਾੜੀ ਦੇ, ਪਰ ਸਾੜੀ ਖਤਮ ਨਾ ਹੋਈ। ਖਾਲਸਾ ਜੀ ਰੱਬ ਨੇ ਐਸੀ ਬਖਸ਼ਿਸ਼ ਕੀਤੀ। ਉਹੀ ਬੇਨਤੀ ਕਰ ਰਹੇ ਹਨ ਕਿ ਮਹਾਰਾਜ ਉਹ ਤੁਸੀਂ ਸੀ, ਤੁਹਾਡਾ ਸਰੂਪ ਮਹਾਰਾਜ ਹਰ ਵੇਲੇ ਹੈ, ਹਰ ਜਗ੍ਹਾ ਤੇ ਹੈ। ਮਹਾਰਾਜ ਤੁਸਾਂ ਨੇ ਮਹਾਰਾਜ ਦ੍ਰੋਪਦੀ ਦੀ ਆਬਰੂ ਬਚਾਈ ਸੀ। ਉਸ ਤੋਂ ਬਾਅਦ ਇੱਕ ਗੱਜ ਕਹਿੰਦੇ ਹਾਥੀ, ਹਰਿਹਾ ਖੇਤਰ ਹੈ ਬੰਗਾਲ ਦੇ ਇਲਾਕੇ ਵਿੱਚ, ਤੇ ਉੱਥੇ ਖਾਲਸਾ ਜੀ ਇੱਕ ਹਾਥੀ ਨੂੰ
ਤੰਦੂਏ ਨੇ ਤੰਦਾ ਪਾ ਕੇ ਅੰਦਰ ਫੜ ਲਿਆ ਸੀ। ਜਦੋਂ ਹਾਥੀ ਇਸ਼ਨਾਨ ਕਰਨ ਕੇ ਤਲਾਅ 'ਚ ਵੜਿਆ ਨਾ, ਥੱਲੇ ਦਲਦਲ ਸੀ, ਉਹਦੇ ਤੰਦੂਏ ਨੇ ਉਹਦੇ ਆਲੇ ਦੁਆਲੇ ਤੰਦਾ ਪਾ ਲੀਆਂ। ਹਾਥੀ ਨੂੰ ਬਾਹਰ ਨਿਕਲਣਾ ਔਖਾ ਹੋ ਗਿਆ। ਉਹਨੇ ਬੜਾ ਜ਼ੋਰ ਲਾਇਆ ਪਰ ਉਹਦੇ ਹੱਥ ਪੈਰ ਚੱਲੇ ਨਹੀਂ, ਪਰ ਪੈਰ ਅਸਲ ਉਹਦੇ ਵਿੱਚ ਫਸੇ ਹੋਏ ਸਨ। ਉਹਨੇ ਕੀਤਾ ਕੀ ਫਿਰ? ਮਰਦੇ ਨੂੰ ਕੀ ਸਹਾਰਾ ਹੈ? ਰੱਬ ਦਾ ਸਹਾਰਾ ਹੈ। ਸਰੋਵਰ ਦੇ ਕੰਢੇ ਤੇ, ਤਲਾਅ ਦੇ ਕੰਢੇ ਤੇ ਕਮਲ ਦਾ ਫੁੱਲ ਪਿਆ ਸੀ। ਉਹਨੇ ਸੁੰਡ ਨਾਲ ਚੁੱਕ ਕੇ ਉੱਤੇ ਗੇਰਿਆ, ਰੱਬ ਜੀ ਹੁਣ ਬਚਾ ਲੈ ਬਸ। ਉਹਨੂੰ ਸੋਝੀ ਕਿੱਥੇ ਆਈ? ਤੁਸੀਂ ਕਹੋਗੇ ਹਾਥੀ ਹੈ, ਉਹਨੂੰ ਕਿਹੜਾ ਸੋਝੀ ਹੈ? ਖਾਲਸਾ ਜੀ ਹੈ ਪਿਛਲੇ ਜਨਮ ਦਾ ਤਪੱਸਿਆ ਸੀ। ਉਹਨੂੰ ਕਿਸੇ ਭੈੜੇ ਕੰਮ ਕਰਕੇ ਹਾਥੀ ਦੀ ਜੋਨ ਮਿਲੀ ਸੀ, ਪਰ ਉਹਨੂੰ ਸੋਝੀ ਸੀ। ਅਖੀਰ ਵੇਲੇ ਮਰਨ ਵਾਲਾ ਕਹਿਣ ਲੱਗਾ, ਰੱਬ ਜੀ ਹੁਣ ਬਚਾ ਲਓ ਬਸ। ਜਦੋਂ ਬਿਲਕੁਲ ਸਮਰਪਿਤ ਹੋ ਗਿਆ, ਉਦੋਂ ਰੱਬ ਨੇ ਕੀਤਾ ਕਿ ਆਪਣੇ ਸੁਦਰਸ਼ਨ ਚੱਕਰ ਨਾਲ ਉਹਦੀ ਤੰਨਾ ਵੱਢ ਕੇ ਤੰਦੂਏ ਦੀਆਂ ਹਾਥੀ ਨੂੰ ਬਚਾਇਆ। ਖਾਲਸਾ ਜੀ ਇੱਥੇ ਉਹ ਜ਼ਿਕਰ ਹੈ ਕਿ ਬਲਵੰਡ ਕਹਿ ਰਿਹਾ ਮਹਾਰਾਜ ਉਹ ਤੁਸੀਂ ਸੀ, ਬਸ ਹੋਰ ਕੋਈ ਨਹੀਂ ਸੀ। ਤੁਸੀਂ ਮਹਾਰਾਜ ਆਪ ਹੀ ਰੱਬ ਬਣ ਕੇ ਸਾਰੇ ਪਾਸੇ ਸਭ ਨੂੰ ਬਚਾਉਣ ਵਾਲੇ ਹੋ। ਪੀਰ ਰਾਖਸ਼ਨ ਮਾਰੀ ਵੈਰੀ ਦੇਵਨ ਨਿਹਾਰੇ ਹੋ। ਜਿਹੜੇ ਦੇਵਤਿਆਂ ਦੇ ਵੈਰੀ ਹਨ ਰਾਖਸ਼, ਤੁਸਾਂ ਨੇ ਕਈ ਵਾਰੀ ਉਹਨਾਂ ਨੂੰ ਮਾਰ ਕੇ ਪਰੇ ਗੇਰਿਆ ਹੈ। ਪ੍ਰਹਿਲਾਦ ਮੋਚਨ ਬਿਲੋਚਨ ਸੋ ਪੁੰਡਰੀਕ। ਤੁਹਾਡੇ ਮਹਾਰਾਜ ਨੇਤਰ ਐਸੇ ਹਨ ਕਮਲ ਦੇ ਫੁੱਲ ਵਾਂਗ। ਮਹਾਰਾਜ ਤੁਸਾਂ ਨੇ ਮਹਾਰਾਜ ਆਪ ਬਚਾਇਆ ਸੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਮਹਾਰਾਜ ਉਹਦਾ ਰਾਖਾ ਕੋਈ ਨਹੀਂ ਸੀ, ਪਿਓ ਹੀ ਮਾਰਨ ਨੂੰ ਤਿਆਰ ਹੋ ਗਿਆ ਤੇ ਮਹਾਰਾਜ ਤੁਸੀਂ ਬਚਾਇਆ ਉਹਨੂੰ। ਸਤਿਗੁਰ ਜੀ ਤੁਸਾਂ ਨੇ ਮਹਾਰਾਜ ਹਰਨਾਖਸ਼ ਨੂੰ ਮਾਰ ਕੇ ਆਪਣੇ ਭਗਤ ਦੀ ਰੱਖਿਆ ਕੀਤੀ ਸੀ। ਪੋਚ ਬਾਲਮੀਕ ਜਸ ਸੋਚ ਕੀਓ ਚਾਰੋ ਹੋ। ਇਹ ਉਹ ਬਲਮੀਕ ਬਾਲਮੀਕ ਖਾਲਸਾ ਜੀ ਹੈ ਬਟਵਾਰਾ ਸੀ। ਕਈ ਇੱਥੇ ਬੁਰਾ ਮੰਨਦੇ ਹੋਣੇ, ਕਈ ਬੁਰਾ ਨਾ ਮੰਨਣਾ ਭਰਾ ਸੁਣਦੇ ਹੋਣੇ ਕਈ। ਅਸਲੀਅਤ ਇਹ ਹੈ, ਲਿਖਦੇ ਭਾਈ ਗੁਰਦਾਸ ਜੀ, ਉਹਨਾਂ ਦੀ ਬਾਣੀ ਅਥੈਂਟਿਕ ਹੈ। ਉਹਨੂੰ ਕਹਿੰਦੇ ਗੁਰਬਾਣੀ ਦੀ ਕੁੰਜੀ ਕੀ ਹੈ? ਭਾਈ ਗੁਰਦਾਸ ਜੀ ਦੀ ਵਾਰ ਆ। ਤੇ ਭਾਈ ਸਾਹਿਬ ਜ਼ਿਕਰ ਕਰਦੇ ਕਿ ਪਹਿਲਾ ਬਾਲਮੀਕ ਕੀ ਸੀ ਤੇ ਕੀ ਤੋਂ ਕੀ ਬਣ ਗਿਆ। ਖਾਲਸਾ ਜੀ ਇੱਕ ਬਾਲਮੀਕ ਬਟਵਾਰਾ ਸੀ। ਜਦੋਂ ਉਹਨੂੰ ਸਿੱਖਿਆ ਮਿਲੀ, ਬਖਸ਼ਿਸ਼ ਹੋਈ ਮਹਾਂਪੁਰਸ਼ਾਂ ਦੀ, ਤੇ ਬਾਲਮੀਕੀ ਬਟਵਾਰੇ ਤੋਂ ਬ੍ਰਹਮ ਗਿਆਨੀ ਸੰਤ ਮਹਾਤਮਾ ਬਣ ਗਿਆ। ਖਾਲਸਾ ਜੀ ਉਹਦੀ ਬਖਸ਼ਿਸ਼ ਹੈ, ਰੱਬ ਦੀ ਬਖਸ਼ਿਸ਼ ਹੈ। ਮਹਾਰਾਜ ਤੁਸੀਂ ਮਹਾਰਾਜ ਆਪ ਸੰਤਾਂ ਦੇ ਰੂਪ ਵਿੱਚ ਆਏ, ਉਹਨੂੰ ਸਿੱਖਿਆ ਬਖਸ਼ਿਸ਼ ਕੀਤੀ। ਪਤਾ ਲੱਗਿਆ ਕਿ ਨਾ ਮੇਰੀ ਮਾਂ, ਮੇਰਾ ਪਿਓ, ਮੇਰੇ ਭੈਣ ਭਰਾ, ਪੁੱਤਰ, ਧੀਆਂ, ਪਤਨੀ, ਕੋਈ ਸਹਾਇਤਾ ਕਰਨ ਵਾਲਾ ਨਹੀਂ। ਅੰਤ ਵੇਲੇ ਅੰਤ ਦੇ ਲੇਖਾ ਆਪ ਦੇਣਾ ਪਵੇਗਾ। ਉਹਨੂੰ ਇਹ ਸਮਝ ਆ ਗਈ ਤੇ ਉਹਨੇ ਜਪਣਾ ਸ਼ੁਰੂ ਕੀਤਾ, ਰਾਮ ਰਾਮ ਰਾਮ। ਪਰ ਜਪਿਆ ਉਲਟ। ਉਹਨੇ ਜਪਿਆ ਕਿ ਮਰਾ 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 ਮਰਾ, ਉਲਟਾ ਆਪੇ ਰਾਮ ਬਣ ਗਿਆ। ਅਸੀਂ ਜਪਦੇ ਆ ਰਾਮ ਰਾਮ, ਕਹਿੰਦੇ ਆ ਰਾਮ ਰਾਮ ਰਾਮ, ਤੇ ਮਰਾ ਮਰਾ ਆਪੇ ਆ ਗਿਆ ਉਲਟਾ ਹੀ। ਅਸੀਂ ਉਲਟਾ ਕਰਦੇ ਨਾ। ਉਹਨੇ ਜਪਣਾ ਕੀ ਕੀਤਾ? ਉਹ ਮਹਾਤਮਾ ਚੰਗੇ ਸਨ। ਮਹਾਤਮਾ ਕਹਿਣਗੇ ਇੱਥੇ ਬਹਿ ਜਾ, ਜਪਣਾ ਸ਼ੁਰੂ ਕਰਦੇ ਮਰਾ ਮਰਾ। ਕਿਉਂ? ਕਿਉਂਕਿ ਉਹਦੇ ਅੰਦਰ ਹਮੇਸ਼ਾ ਸੀ ਮੈਂ ਮਾਰ ਦਵਾਂ, ਮਾਰ ਦਾਂਗਾ ਬਸ। ਕਿਸੇ ਨੂੰ ਮਾਰਨੇ ਦੀ ਚਿੰਤਾ ਸੀ, ਉਹੀ ਖਿਆਲ ਚੱਲ ਰਹੇ ਸਨ। ਉਸੇ ਖਿਆਲ ਅਨੁਸਾਰ ਉਹਨੂੰ ਗੁਰਮੰਤਰ ਉਹੀ ਮਿਲਿਆ ਉਹਨਾਂ ਮਹਾਂਪੁਰਸ਼ਾਂ ਤੋਂ। ਤੇ ਮਰਾ ਮਰਾ ਜਪਦੇ ਹੋਏ, ਇੱਕ ਲਹਿ ਜਪਦੇ ਹੋਏ, ਮਰਾ ਮਰਾ ਮਰਾ, ਰਾਮ ਰਾਮ ਵੀ ਬਣ ਗਿਆ। ਖਾਲਸਾ ਜੀ ਲਗਭਗ 12 ਸਾਲ ਲੱਗ ਗਏ ਕਰੜੀ ਸਾਧਨਾ ਕਰਕੇ, ਤੇ ਅੱਜ ਸਾਰੇ ਜਗਤ ਵਿੱਚ ਉਹਦਾ ਰਾਜ ਬਣਿਆ ਹੋਇਆ। ਖਾਲਸਾ ਜੀ ਉਹ ਮਹਾਤਮਾ ਮਹਾਂਪੁਰਸ਼ ਬ੍ਰਹਮ ਗਿਆਨੀ ਹੈ। ਇਹ ਕਿਹਦੀ ਬਖਸ਼ਿਸ਼ ਹੈ ਮਹਾਰਾਜ? ਇਹ ਤੁਹਾਡੀ ਬਖਸ਼ਿਸ਼ ਹੈ। ਗਨਕਾ ਗਿਨੀ ਹੈ ਕੌਣ ਤੀਰਥ ਪਰਸੇ ਆਈ। ਮਹਾਰਾਜ ਗਨਕਾ ਵੇਸ਼ਵਾ ਸੀ, ਉਹਨੇ ਕਿਹੜੇ ਤੀਰਥਾਂ ਦੇ ਇਸ਼ਨਾਨ ਕੀਤਾ ਸੀ? ਉਹ ਕਿਹੜਾ ਹਰਿਦੁਆਰ ਗਈ ਸੀ ਮਹਾਰਾਜ? ਆਪਣਾ ਸਰੀਰ ਵੇਚਣ ਵਾਲੀ ਗਨਕਾ। ਤੇ ਮਹਾਰਾਜ ਤੁਸਾਂ ਨੇ ਉਹਦਾ ਬੇੜਾ ਪਾਰ ਕੀਤਾ ਹੈ। ਉਹ ਤੁਸੀਂ ਧਨ ਹੋ, ਧਨ ਹੋ।
जैसे ए उधारे तैसे मोहे को उधारो। ਹੁਣ ਬਲਵੰਡ ਜੀ ਬੇਨਤੀ ਕਰਦੇ ਮਹਾਰਾਜ ਜਿਵੇਂ ਤੁਸਾਂ ਨੇ ਸਭ ਦਾ ਬੇੜਾ ਪਾਰ ਕੀਤਾ ਹੈ ਇਸੇ ਤਰ੍ਹਾਂ ਮੇਰਾ ਬੇੜਾ ਪਾਰ ਵੀ ਕਰੋ ਜੀ। जो पई कृपा सिंध के निकट उचारा। ਜਦੋਂ ਕਿਰਪਾ ਦੇ ਸਾਗਰ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਉਹਨਾਂ ਨੇ ਇਹ ਕਵਿਤ ਉਚਾਰਨ ਕੀਤਾ ਹੈ। अब अलंब में लीन तुम्हारा। ਤੇ ਬਲਵੰਡ ਕਹਿਣ ਲੱਗਾ ਮਹਾਰਾਜ ਹੁਣ ਮੈਨੂੰ ਤੁਹਾਡਾ ਹੀ ਆਸਰਾ ਹੈ। सुन श्री गुर ने तीरज दीनस। ਤੇ ਇਹ ਸੁਣ ਕੇ ਮਹਾਰਾਜ ਕਹਿਣ ਲੱਗੇ ਬਲਵੰਡ ਜੀ ਹੌਸਲਾ ਰੱਖੋ ਤੁਸੀਂ ਭਾਵੇਂ ਜੋ ਮਰਜ਼ੀ ਵਡਿਆਈ ਕਰੋ ਪਰ ਰੱਬ ਦੇ ਘਰ ਜਿਹੜਾ ਆ ਗਿਆ ਅਸੀਂ ਉਹਦੀ ਬਾਹ ਜ਼ਰੂਰ ਫੜਾਂਗੇ। पूरन होए जो मनोरथ कीनस। ਜੋ ਤੁਹਾਡੇ ਮਨ ਦੀ ਇੱਛਾ ਹੈ ਉਹ ਜ਼ਰੂਰ ਪੂਰੀ ਹੋਵੇਗੀ। रहो हम निकट कीर्तन करो। ਪਰ ਸ਼ਰਤ ਹੈ ਤੁਸੀਂ ਰਬਾਬੀ ਸਿੱਖੋ। ਉਹ ਰਬਾਬੀ ਕੈਸੇ ਹੋ? ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਰਬਾਬੀ ਗੁਰੂ ਨਾਨਕ ਮਹਾਰਾਜ ਨਾਲ ਹੋਇਆ। ਤੁਸੀਂ ਰਬਾਬੀ ਹੋ ਗੁਰੂ ਦੀ ਵਡਿਆਈ ਕਰੋ ਬਸ ਤੁਹਾਡੇ ਕੋਲ ਸਭ ਕੁਝ ਹੀ ਆਵੇਗਾ। ਗੁਰੂ ਘਰ ਰਹਿ ਕੇ ਕੀਰਤਨ ਕਰੋ ਰੱਬ ਦੀ ਵਡਿਆਈ ਕਰੋ। अनुज सैत रागन सुर परो। ਤੁਸੀਂ ਆਪਣੇ ਛੋਟੇ ਭਰਾ ਦੇ ਸਹਿਤ ਤੁਹਾਡਾ ਭਰਾ ਹੈ ਸੱਤਾ ਦੋਵੇਂ ਮਿਲ ਕੇ ਰੱਬ ਦੇ ਪਿਆਰੇ ਮਿਲ ਕੇ ਰੱਬ ਦੀ ਵਡਿਆਈ ਕਰੋ ਰਾਗਾਂ 'ਚ ਵਡਿਆਈ ਕਰੋ। ਰਾਗਨ ਕਹਿੰਦੇ ਰਾਗਾਂ ਵਿੱਚ ਗੌੜੀ ਰਾਗ ਵਿੱਚ ਹੋਰ ਰਾਗਾਂ ਵਿੱਚ ਰੱਬ ਦੀ ਬਾਣੀ ਉਚਾਰਨ ਕਰੋ ਰੱਬ ਦਾ ਕੀਰਤਨ ਕਰੋ। चले इहाँ गुजरान तुम्हारी। ਤੇ ਤੁਹਾਡਾ ਗੁਜਰਾਨ ਵਧੀਆ ਹੋਵੇਗਾ ਇੱਥੇ ਹੀ। लहो पदार्थ होए अनुसारी। ਜੋ ਤੁਸੀਂ ਮੰਗੋਗੇ ਤੁਹਾਨੂੰ ਉਹੀ ਮਿਲ ਜਾਵੇਗਾ। इम कै गुर ਧਨ ਦੀਨ ਬਿਸਾਲਾ। ਇਸ ਤਰ੍ਹਾਂ ਕਹਿ ਕੇ ਮਹਾਰਾਜ ਨੇ ਖੁੱਲੇ ਧਨ ਦੇ ਗੱਫੇ ਬਖਸ਼ਿਸ਼ ਕੀਤੇ ਹਨ। ਲੈ ਆਇਸ ਘਰ ਗਾਤਿਸ ਕਾਲਾ। ਉਸੇ ਵੇਲੇ ਇਹ ਬਲਵੰਡ ਮਹਾਰਾਜ ਦੀ ਆਗਿਆ ਲੈ ਕੇ ਤੇ ਖੁੱਲੇ ਗੱਫੇ ਲੈ ਕੇ ਆਪਣੇ ਘਰ ਚਲਾ ਗਿਆ। ਉਹਨੇ ਸਮੀਪ ਗੁਰੂ ਕੇ ਆਵਾ। ਦੇਖੋ ਪਹਿਲੇ ਮਹਾਰਾਜ ਨੇ ਦੀ ਇੱਛਾ ਪੂਰੀ ਕੀਤੀ ਹੈ ਤੇ ਘਰ 'ਚ ਗਰੀਬੀ ਸੀ। ਜੇ ਘਰ 'ਚ ਗਰੀਬੀ ਹੋਵੇ ਤੇ ਬੰਦਾ ਕੀ ਸਿਮਰਨ ਕਰੇਗਾ? ਭੂਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ। ਫੜੋ ਮਹਾਰਾਜ ਮਾਲਾ ਮੇਰੇ ਤੋਂ ਨਹੀਂ ਸਿਮਰਨ ਹੁੰਦਾ। ਘਰ 'ਚ ਤਾਂ ਗਰੀਬੀ ਹੈ ਮਹਾਰਾਜ ਆਟਾ ਨਹੀਂ ਦਾਲ ਨਹੀਂ ਚੀਨੀ ਨਹੀਂ ਕੀ ਤੁਹਾਡਾ ਕੀਰਤਨ ਕਰਾਂਗਾ। ਮਹਾਰਾਜ ਕਹਿੰਦੇ ਪਹਿਲਾਂ ਖੁੱਲੇ ਗੱਫੇ ਲੈ ਜਾ ਫਿਰ ਨਾ ਆਖੀ ਵੀ ਮਾਇਆ ਨਹੀਂ ਮਿਲੀ। ਤੇ ਖੁੱਲੇ ਗੱਫੇ ਦੇ ਕੇ ਮਹਾਰਾਜ ਤੋਰਿਆ ਨੂੰ ਆਪਣੇ ਘਰ 'ਚ ਸਾਰਾ ਸਮਾਨ ਪਾ ਕੇ ਫਿਰ ਮਹਾਰਾਜ ਜੀ ਕੋਲ ਆਇਆ ਹੈ। ਮਿਲਿਓ ਅਨੁਜ ਯੁਤ ਕੀਰਤਨ ਗਾਵਾ। ਆਪਣੇ ਛੋਟੇ ਭਰਾ ਦੇ ਸਹਿਤ ਮਿਲ ਕੇ ਇਹਨਾਂ ਨੇ ਕੀਰਤਨ ਸ਼ੁਰੂ ਕੀਤਾ ਹੈ। ਸੁਨ ਸਤ ਗੁਰੂ ਪ੍ਰਸੰਨ ਉਧਾਰਾ। ਜਿਵੇਂ ਜਿਵੇਂ ਕੀਰਤਨ ਕਰਦੇ ਹਨ ਰਾਗਾਂ ਵਿੱਚ ਇਹ ਰਬਾਬੀ ਸਿੱਖ ਮਹਾਰਾਜ ਜੀ ਸੁਣ ਸੁਣ ਕੇ ਬੜੇ ਖੁਸ਼ ਹੁੰਦੇ ਹਨ। ਨਾਮ ਰਾਏ ਬਲਵੰਡ ਉਚਾਰਾ। ਸਤਿਗੁਰ ਕਹਿਣਗੇ ਤੇਰਾ ਨਾਮ ਅੱਜ ਤੋਂ ਬਾਅਦ ਰਾਏ ਬਣ ਗਿਆ ਹੈ। ਰਾਏ ਬਲਵੰਡ। ਰਾਏ ਕਹਿੰਦੇ ਰਾਜਾ ਅੱਜ ਤੋਂ ਬਾਅਦ ਤੁਸੀਂ ਭਿਖਾਰੀ ਦੇ ਰਾਜੇ ਬਣ ਗਏ ਹੋ। ਰਾਜਾ ਕਹਿੰਦੇ ਰਜਿਆ ਹੋਇਆ। ਰਾਜਾ ਉਹ ਨਹੀਂ ਅਮੀਰ ਬੰਦਾ। ਅਮੀਰ ਬੰਦਾ ਰਾਜਾ ਨਹੀਂ ਹੁੰਦਾ। ਇਹ ਰਾਜੇ ਮਹਾਰਾਜੇ ਰਾਜੇ ਨਹੀਂ ਹੁੰਦੇ। ਇਹ ਕੰਜੂਸ ਹਨ ਇਹ ਗਰੀਬ ਹਨ। ਰਾਜਾ ਕਹਿੰਦੇ ਰਜਿਆ ਹੋਇਆ ਬਿਨਾਂ ਸੰਤੋਖ ਨਹੀਂ ਕਹੂ ਰਾਜਾ ਕੋਈ ਰਜਦਾ ਨਹੀਂ। ਰਜੇਗਾ ਸੰਤੋਖ ਦੁਆਰਾ ਭਾਵੇਂ ਗਰੀਬ ਵੀ ਹੋਵੇ। ਬਖਸ਼ਿਸ਼ ਨਾਲ ਰਾਜਾ ਬਣਦਾ ਹੈ। ਇਸ ਕਰਕੇ ਬਲਵੰਡ ਅੱਜ ਤੂੰ ਰਾਜਾ ਬਣ ਗਿਆ ਹੈ। ਰਾਏ ਬਲਵੰਡ ਇਹ ਨਾਮ ਰੱਖਿਆ ਮਹਾਰਾਜ ਜੀ ਨੇ। ਹਰਖਤ ਹੋਏ ਹੋਏ ਰੁਚ ਸੋ ਗਾਵੇਂ। ਤੇ ਹੁਣ ਇਹ ਹਰਕਤ ਬੜੇ ਖੁਸ਼ ਹੋ ਕੇ ਬੜੇ ਆਨੰਦ ਵਿੱਚ ਆ ਕੇ ਗੁਰਬਾਣੀ ਗਾਇਨ ਕਰਦੇ ਹਨ। ਦੋਨੋਂ ਪ੍ਰਾਤ ਸੁਰਸ ਅਧਿਕਾਵੇਂ। ਦੋਵਾਂ ਭਰਾਵਾਂ ਦੀ ਸੁਰ ਇੱਕ ਤੋਂ ਚੜ੍ਹਦੀ ਕਲਾ ਲਈ ਖਾਲਸਾ ਜੀ। ਜਿਵੇਂ ਰਾਗ ਲਾਉਂਦੇ ਰਾਗ ਆਲਾਪ ਕਰਦੇ ਆਪਣੇ ਤਰੀਕੇ ਨਾਲ। ਰਾਗ ਤਾਂ ਉਹਨਾਂ ਨੂੰ ਗਾਣਿਆ ਸਾਨੂੰ ਤਾਂ ਆਉਂਦੇ ਨਹੀਂ ਭਾਈ। ਉਹ ਜਿਵੇਂ ਲਾਉਂਦੇ ਹਨ ਆਪਣੀ ਸੁਰਤੀ ਨਾਲ ਇਹੀ ਜਪੇ ਜਾਂਦੇ ਵਾਹਿਗੁਰੂ ਵਾਹਿਗੁਰੂ। ਐਸੀ ਸੁਰ ਵਿੱਚ ਰਾਗ ਆਲਾਪਨ ਕਰਦੇ ਕਿ ਹਿਰਦੇ ਚੋਂ ਗਾਉਂਦੇ ਹਨ
दिन राती आराधो प्यारो, निमक न कीजै ढीला, संत सेवा कर भावनी लाइयै, त्याग मान हठीला, दिन राती आराधो प्यारो, दिन राती आराधो प्यारो। इस तरह हुण बड़े शौक नाल राय बलवंड तथा सत्ता डूम ਇਹ ਰੱਬ ਦੀ ਬਾਣੀ ਉਚਾਰਨ ਕਰਦੇ ਹਨ। ਰਾਗ ਰਾਗਨੀ ਕਰ ਅਨੁਰਾਗੇ। ਰਾਗ ਰਾਗਣੀਆਂ, ਰਾਗਣੀਆਂ ਕਿਹੜੀਆਂ? ਸੋਠ ਰਾਗਣੀਆਂ, ਧਰਾਸਰੀ ਰਾਗਣੀ ਹੈ। ਤੇ ਰਾਗ ਕੀ ਕਹਿੰਦੇ? ਰਾਗ ਮਾਝ ਵਰਗੇ, ਰਾਗ ਭੈਰੋ ਵਰਗੇ ਇਹ ਰਾਗ ਵੀ ਉਚਾਰਨ ਕਰਦੇ ਹਨ। ਗਾਵੇਂ ਸੁੰਦਰ ਸਭ ਸ਼ੁਭ ਲਾਗੇ। ਇਸ ਤਰ੍ਹਾਂ ਬੜੇ ਸੁੰਦਰ ਰਾਗ ਗਾਇਨ ਕਰਦੇ, ਸਭ ਨੂੰ ਚੰਗੇ ਲੱਗਦੇ ਹਨ। ਸਿੱਖ ਸਰਾਹਨ ਕਰੇ ਸੁਨੰਤੇ, ਤਿਉ ਤਿਉ ਸੋ ਹੰਕਾਰ ਕਰਨ ਤੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ऐसा कोई ना जन्म्यो जग माही, प्रभुता पाए जास मद नाही। ਜਿਵੇਂ ਜੀ ਵਡਿਆਈ ਹੁੰਦੀ ਨੇ, ਸਿੱਖ ਕਹਿੰਦੇ ਬੜਾ ਸੋਹਣਾ ਕੀਰਤਨ ਕਰਦਾ ਭਾਈ, ਬੜੀ ਸੋਹਣੀ ਕਥਾ ਕਰਦਾ, ਅੰਦਰ ਹੰਕਾਰ ਆਈ ਜਾਂਦਾ। ਖਾਲਸਾ ਜੀ, ਅਰਦਾਸ ਕਰਨਾ ਹੰਕਾਰ ਨਾ ਆਵੇ, ਬਸ ਹੋਰ ਕੁਝ ਨਹੀਂ ਚਾਹੀਦਾ। ਕੀਰਤਨ ਕਰਨ ਲਈ ਅਰਦਾਸ ਕਰਨਾ, ਜਿਹੜਾ ਕੀਰਤਨ ਕਰੇ ਸੋਹਣਾ ਕੀਰਤਨ ਕਰੇ, ਪਰ ਹੰਕਾਰ ਨਾ ਪੈਦਾ ਹੋਵੇ। ਜਦੋਂ ਹੰਕਾਰ ਪੈਦਾ ਹੋ ਰਿਹਾ ਹੈ, ਕਿਵੇਂ ਗਰਕ ਹੋਣਗੇ ਹੁਣੇ। ਜਿਵੇਂ ਜਿਵੇਂ ਲੋਕੀ ਸੁਣਦੇ ਨੇ ਕਿ ਬੜਾ ਸੋਹਣਾ ਕੀਰਤਨ ਕਰਦਾ, ਲੋਕੀ ਵਡਿਆਈ ਕਰਦੇ, ਤੇ ਕਈ ਵਡਿਆਈ ਸੁੱਕੀ ਕਰੀ ਜਾਂਦੇ, ਐਵੇਂ ਕਹਿੰਦੇ ਵਾਹ 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 ਵਾਹ, ਬੱਲੇ ਬੱਲੇ ਚੜਾ ਕੇ ਬੱਲੇ ਬੱਲੇ ਥੱਲੇ ਥੱਲੇ ਗਿਰਤਾ ਉਹਨੂੰ। ਬੱਲੇ ਬੱਲੇ ਬੜਿਆਂ ਨੇ ਕੀਤੀ ਖਾਲਸਾ ਸੱਤੇ ਬਲਵੰਡ ਦੀ, ਤੇ ਕਿਵੇਂ ਹੁਣ ਥੱਲੇ ਗਿਰਨਗੇ ਦੋਵਾਂ ਨੂੰ। ਖਾਲਸਾ ਦੋਵਾਂ ਨੂੰ ਹੰਕਾਰ ਹੋਵੇਗਾ। ਹੰਕਾਰ ਤੋਂ ਬਾਅਦ ਫਿਰ ਗੁਰੂ ਚਰਨਾਂ 'ਚ ਆਣਗੇ। ਕੌਣ ਲੈ ਕੇ ਆਵੇਗਾ? ਉਹ ਭਾਈ ਲੱਦਾ ਪਰਉਪਕਾਰੀ ਲੈ ਕੇ ਆਵੇਗਾ, ਤੇ ਗੁਰੂ ਦੀ ਵਡਿਆਈ ਕਰਨਗੇ। ਵਡਿਆਈ ਕਰਨਗੇ ਕਿਹੜੀ? ਰਾਮਕਲੀ ਦੀ ਵਾਰ ਉਚਾਰਨ ਕਰਨਗੇ। ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਹ ਵਾਰ ਇਹਨਾਂ ਦੀ ਹੈ। ਦੋ ਗੁਰਸਿੱਖਾਂ ਦੀ ਵਾਰ ਹੈ। ਚਾਰ ਗੁਰਸਿੱਖਾਂ ਦੀ ਬਾਣੀ ਹੈ ਨਾ, ਰਾਏ ਬਲਵੰਡ ਤਥਾ ਸੱਤਾ ਡੂਮ ਦੋ ਭਰਾ, ਤੇ ਬਾਬਾ ਸੁੰਦਰ ਜੀ ਤੇ ਬਾਬਾ ਮਰਦਾਨਾ ਜੀ, ਤੇ ਚਾਰ ਜਿਹੜੇ ਗੁਰਸਿੱਖਾਂ ਦੇ ਜ਼ਿਕਰ ਵੀ ਆਏ ਹਨ ਗਾਥਾ ਚੌਬੋਲੇ ਬਾਣੀ ਵਿੱਚ। ਇਸ ਤਰ੍ਹਾਂ ਇਹ ਗੁਰਸਿੱਖਾਂ ਦੀ ਬਾਣੀ ਕਿਵੇਂ ਮਹਾਰਾਜ ਲਿਖਣਗੇ, ਇਹਨਾਂ ਦਾ ਹੰਕਾਰ ਵੀ ਦੂਰ ਕਰਨਗੇ। ਖਾਲਸਾ ਜੀਓ, ਆਪ ਸੰਗਤਾਂ ਨੇ ਇਹੀ ਅਰਦਾਸ ਕਰਨੀ ਵੀ ਸਭ ਨੂੰ ਮਹਾਰਾਜ ਚੰਗੀ ਦਾਤ ਦੇਵੇ, ਕੀਰਤਨ ਕਰਨ ਦੀ, ਆਪਣਾ ਜਸ ਗਾਣ ਦੀ, ਪਰ ਕਿਸੇ ਵਿੱਚ ਹੰਕਾਰ ਨਾ ਆਵੇ। ਜੇ ਹੰਕਾਰ ਆ ਜਾਏਗਾ, ਉਹਨੂੰ ਖੁਰਕ ਜ਼ਰੂਰ ਪਵੇਗੀ। ਆਖੋ ਸਤਨਾਮ। ਅੱਗੇ ਜ਼ਿਕਰ ਆਵੇਗਾ, ਖੁਰਕ ਹੈ ਕੋੜ ਦਾ ਰੋਗ। ਉਹ ਕੋੜ ਦਾ ਰੋਗ, ਖੁਰਕ ਆਦਿਕ ਜ਼ਰੂਰ ਪਵੇਗੀ, ਪਰ ਹੰਕਾਰ ਨਾ ਆਵੇ ਕਿਸੇ ਨੂੰ। ਮਾਰ ਆਪਣੀ ਬਾਣੀ ਦਾ ਜਾਪ ਕਰਾਣ।